ਸਤਿ ਸ਼੍ਰੀ ਅਕਾਲ। ਤੁਸੀਂ ਲੋਕਰਾਣ ਚੈਨਲ ਪੰਜਾਬੀ ਦਾ ਖਾਸ ਪ੍ਰੋਗਰਾਮ ਸਿੱਧੇ ਸਵਾਲ ਦੇਖ ਰਹੇ ਹੋ। ਮੈਂ ਹਾਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਕਿਸਾਨੀ ਮਸਲੇ ਤੇ ਵਿਸ਼ੇਸ਼ ਚਰਚਾ ਕਰਨ ਦੇ ਲਈ ਡਾਕਟਰ ਪਿਆਰੀ ਲਾਲ ਗਰਗ ਜੁੜੇ ਨੇ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਜੀ। ਸ਼ੁਕਰੀਆ ਜੀ, ਬਹੁਤ ਬਹੁਤ। ਡਾਕਟਰ ਸਾਹਿਬ ਸਮਝਾਇਓ ਜਰਾ, ਕਿਸਾਨੀ ਅੰਦੋਲਨ ਚੱਲਦਿਆਂ ਨੂੰ 1 ਸਾਲ ਦਾ ਸਮਾਂ ਹੋ ਗਿਆ। ਜੋ ਜੀ ਕਿਸਾਨੀ ਦੀ ਲੜਾਈ ਹੈ, ਪੇਟ ਨਾਲ ਜੁੜੇ ਹੋਏ ਅਨਾਜ ਦੀ ਲੜਾਈ ਹੈ, ਇਹ ਸਰਬ ਸਾਂਝੀ ਲੜਾਈ ਹੈ। ਤੇ ਜਦੋਂ ਜੀ ਬੀਜੇਪੀ ਸਰਕਾਰ, ਜਿਹਦੇ ਤੇ ਸਮੇਂ-ਸਮੇਂ ਤੇ ਫਿਰਕੂਵਾਦ ਦੇ ਇਲਜ਼ਾਮ ਵੀ ਲੱਗਦੇ ਰਹੇ ਨੇ, ਉਹ ਜੀ ਬੀਜੇਪੀ ਸਰਕਾਰ ਦੇ ਕੁਝ ਲੀਡਰ ਜੋ ਕਿਸਾਨਾਂ ਤੋਂ ਨਵਾਂ ਪ੍ਰੋਗਰਾਮ ਦਿੱਤਾ ਗਿਆ ਕਿ ਦੁਸਹਿਰੇ ਵਾਲੇ ਦਿਨ ਜੋ ਦੁਸਹਿਰਾ ਬਦੀ ਦਾ ਜੋ ਪ੍ਰਤੀਕ ਹੁੰਦਾ ਉਹ ਮਨਾਇਆ ਜਾਂਦਾ, ਸਾੜਨ ਦੇ ਲਈ ਬਦੀ ਨੂੰ, ਰਾਵਣ ਦੇ ਪੁਤਲੇ ਨੂੰ ਕਿਹਾ ਜਾਂਦਾ ਕਿ ਅਸੀਂ ਮੋਦੀ ਤੇ ਸ਼ਾਹ ਦੇ ਪੁਤਲੇ ਫੂਕਾਂਗੇ। ਜਦੋਂ ਇਹ ਐਲਾਨ ਕੀਤਾ, ਹਾਲਾਂਕਿ ਜਦੋਂ 1 ਸਾਲ ਦਾ ਸਮਾਂ ਹੋ ਗਿਆ ਕਿਸਾਨੀ ਅੰਦੋਲਨ ਚੱਲਦੇ, ਜਿਵੇਂ ਜ਼ਿਕਰ ਕੀਤਾ ਮੈਂ, ਜੋ ਲੰਘੇ ਸਾਲ ਦਾ ਦੁਸਹਿਰਾ ਸੀ ਉਸ ਤੇ ਵੀ ਕਿਸਾਨ ਦਾ ਆਹੀ ਪ੍ਰੋਗਰਾਮ ਸੀ। ਤੇ ਜੀ ਜਦੋਂ ਪਰ ਕਿਸਾਨਾਂ ਨੇ, ਕਿਸਾਨ ਆਗੂਆਂ ਨੇ ਦਿੱਲੀ ਤੋਂ ਸੰਯੁਕਤ ਕਿਸਾਨ ਮੋਰਚੇ ਨੇ ਫਿਰ ਇਹ ਐਲਾਨ ਕੀਤਾ, ਤਾਂ ਬੀਜੇਪੀ ਇਸ ਨੂੰ ਫਿਰਕੂ ਰੰਗਤ ਕਿਉਂ ਦੇਣਾ ਚਾਹੁੰਦੀ ਹੈ? ਕਿਸਾਨੀ ਮਸਲੇ ਨੂੰ ਤਾਂ ਉਹ ਸਿੱਖ ਮਸਲਾ, ਹਿੰਦੂ ਮਸਲਾ ਕਿਉਂ ਬਣਾਉਣਾ ਚਾਹੁੰਦੇ ਨੇ ਡਾਕਟਰ ਸਾਹਿਬ? ਜੋ ਇਹਦੀ ਪਿੱਛੇ ਦੀ ਸਿਆਸਤ ਹੈ, ਅੰਦੋਲਨ ਨੂੰ ਖਦੇੜਨ ਦੀਆਂ ਜੋ ਬੀਜੇਪੀ ਸਰਕਾਰ ਲਗਾਤਾਰ ਚੱਲ ਰਹੀ ਹੈ, ਤਾਂ ਕਿ ਬੀਜੇਪੀ ਸਰਕਾਰ ਨੇ ਹਿੰਦੂ ਸਿੱਖ ਦਾ ਮਸਲਾ ਬਣਾ ਕੇ ਫਿਰ ਇੱਕ ਨਵਾਂ ਹਮਲਾ ਵਿੱਢਿਆ ਅੰਦੋਲਨ ਦੇ ਉੱਤੇ। ਜੀ ਬਿਲਕੁਲ ਠੀਕ ਹੈ ਭੰਗੂ ਸਾਹਿਬ, ਤੁਸੀਂ ਜੋ ਕਿਹਾ ਹੈ। ਅਸਲ 'ਚ ਬੀਜੇਪੀ ਸਰਕਾਰ ਜਿਹੜੀ ਹੈ, ਇੱਕ ਨਿਸ਼ਾਨੇ ਨਾਲ ਤੀਰ ਦੋ ਜਗ੍ਹਾ ਤੇ ਪੁੰਡ ਰਹੀ ਹੈ। ਇੱਕ ਤਾਂ ਉਹ ਕਿਸਾਨੀ ਅੰਦੋਲਨ ਨੂੰ ਤੋੜਨਾ ਚਾਹੁੰਦੀ ਹੈ, ਦੂਜੀ ਉਹ ਹਿੰਦੂ ਵਾਦ ਨੂੰ ਇਕੱਠਾ ਕਰਕੇ ਵੋਟ ਬਟੋਰਨ ਦੇ ਵਿੱਚ ਹੈ। ਚਾਹੇ ਉਹ 5 ਰਾਜਾਂ ਦੀਆਂ ਚੋਣਾਂ ਹੋਣੀਆਂ ਨੇ, ਚਾਹੇ ਬਾਅਦ ਦੇ ਵਿੱਚ 2024 ਦੀ ਚੋਣਾਂ, ਉਹਦਾ ਧਿਆਨ ਇਸ ਗੱਲ ਦੇ ਉੱਤੇ ਹੈ। ਉਹ ਕਹਿੰਦੇ ਨੇ ਵੀ ਭਾਰਤ ਹੈ ਜਿਹੜਾ ਹਿੰਦੂ ਮੈਜੋਰਟੀ ਸਟੇਟ ਹੈ, 80% ਲੋਕ ਨੇ ਜਿਹੜੇ ਉਹ ਹਿੰਦੂ ਨੇ। ਅਸੀਂ ਹਿੰਦੂਵਾਦ ਦਾ, ਹਿੰਦੂਆਂ ਦੇ ਰਾਖੇ ਹਾਂ, ਤੇ ਹਿੰਦੂਆਂ ਦਾ ਇਤਿਹਾਸ ਬੜਾ ਤਕੜਾ ਸੀ। ਇਹ ਇਤਿਹਾਸ ਸਾਡਾ ਮੁਗਲਾਂ ਨੇ, ਸਾਡਾ ਸਿੱਖਾਂ ਨੇ, ਸਾਡਾ ਇਹਨਾਂ ਈਸਾਈਆਂ ਨੇ, ਅੰਗਰੇਜ਼ਾਂ ਨੇ ਖਰਾਬ ਕਰਿਆ। ਅਸੀਂ ਉਹ ਵਾਪਸੀ ਲਿਆਉਣੀ ਆ, ਗਲੋਰੀ ਸੋਨੇ ਦੀ ਚਿੜੀ ਕਹਿ ਕੇ। ਉਹਦੇ ਵਾਸਤੇ ਇਹ ਲੋਕਾਂ ਨੂੰ ਮੱਧ ਯੁੱਗ ਦੀ ਸੋਚ 'ਚ ਲੈ ਕੇ ਜਾ ਰਹੇ ਨੇ। ਮੱਧ ਯੁੱਗ ਦੇ ਇਹ ਤੌਰ ਤਰੀਕੇ ਵਰਤ ਰਹੇ ਨੇ, ਉਸੋ ਦੇ ਬਿੰਬ ਵਰਤ ਰਹੇ ਨੇ। ਹੁਣ ਜੇ ਅਸੀਂ ਦੇਖੀਏ ਦੁਸਹਿਰੇ ਦੀ ਗੱਲ, ਇਹਨਾਂ ਨੇ ਪਹਿਲਾਂ ਵੀ ਇਹ ਕੋਸ਼ਿਸ਼ ਕਰੀ। ਜਦ 26 ਜਨਵਰੀ ਨੂੰ ਝੰਡਾ ਇਹਨਾਂ ਦੀ ਏਜੰਸੀਆਂ ਦੇ ਰਾਹੀਂ ਚਲਾਇਆ ਗਿਆ ਉੱਥੇ, ਉਹ ਝੰਡਾ ਸੀ ਕੇਸਰੀ ਨਿਸ਼ਾਨ। ਪਰ ਇਹਨਾਂ ਨੇ ਕਹਿਣਾ ਸ਼ੁਰੂ ਕਰਤਾ ਖਾਲਿਸਤਾਨ ਦਾ ਝੰਡਾ ਚਲਾ। ਇਹਨਾਂ ਨੂੰ ਅੱਜ ਤੱਕ ਨਹੀਂ ਪਤਾ ਵੀ ਖਾਲਿਸਤਾਨ ਦਾ ਕਿਹੜਾ ਝੰਡਾ ਹੈ। ਤੇ ਦੂਜੀ ਗੱਲ, ਕੇਸਰੀ ਨਿਸ਼ਾਨ ਉੱਥੇ 26 ਜਨਵਰੀ ਨੂੰ ਹੀ ਸਾਡੀ ਝਾਕੀ ਦੇ ਉੱਤੇ ਸੀ। ਕਿੰਨੀ ਲੱਗੇ ਹੋਏ ਸੀ ਉੱਥੇ, ਤਿੰਨੇ ਫੌਜਾਂ ਦੇ ਮੁਖੀ ਵੀ ਸੀਗੇ, ਮਾਨਯੋਗ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਤੇ ਰਾਸ਼ਟਰਪਤੀ ਵੀ ਸੀਗੇ ਜੀ। ਕੇਸਰੀ ਨਿਸ਼ਾਨ ਥੱਲੇ ਅਸੀਂ ਤਿਰੰਗਾ ਝੰਡਾ ਜਿੱਤਿਆ। ਸੋ ਇਸ ਕਰਕੇ ਇਹ ਹਰ ਚੀਜ਼ ਨੂੰ ਪਹਿਲਾਂ ਕਹਿੰਦੇ ਜੀ ਇਹ ਅੱਤਵਾਦੀ ਨੇ, ਇਹ ਵੱਖਵਾਦੀ ਨੇ, ਇਹ ਖਾਲਿਸਤਾਨੀ ਨੇ, ਇਹ ISI ਦੇ ਏਜੰਟ ਨੇ। ਮੋਦੀ ਸਾਹਿਬ ਨੇ ਰਾਜ ਸਭਾ ਦੇ ਭਾਸ਼ਣ 'ਚ ਕਹਿਤਾ ਵੀ ਸਿੱਖੇ ਧਿਆਨ ਰੱਖਣ ਕਿ ਪਹਿਲਾਂ ਇਹ ਕਿਸਾਨੀ ਅੰਦੋਲਨ 'ਚ ਖਾਲਿਸਤਾਨੀ ਵੜ ਗਏ। ਪਹਿਲਾਂ 1947 ਜੋ ਦੰਗੇ ਹੋਏ, ਫਿਰ 84 ਜੋ ਦੰਗੇ ਹੋਏ। ਸੋ ਇਹ ਤੋਂ ਬੜਾ ਸਿੱਧਾ ਸਪਸ਼ਟ ਇਹ ਹੈ ਕਿ ਮੋਦੀ ਸਾਹਿਬ ਕੋਸ਼ਿਸ਼ ਕਰ ਰਹੇ ਨੇ ਮੁੜ ਕੇ 84 ਨੂੰ ਦੁਹਰਾਉਣ ਦੀ, ਕਿਸੇ ਨਾ ਕਿਸੇ ਰੂਪ 'ਚ ਸਿੱਖਾਂ ਨੂੰ ਮੁੜ ਕੇ ਆਈਸੋਲੇਟ ਕਰਨ ਦੀ। ਪਰ ਉਹਦੇ 'ਚ ਕਾਮਯਾਬ ਨਹੀਂ ਹੋਏ। ਹਰ ਵਾਰੀ ਇਹਨਾਂ ਨੂੰ ਮੂੰਹ ਦਿਖਾਣੀ ਪਈ ਹੈ। ਦੂਜੀ ਗੱਲ, ਇਹਨਾਂ ਨੂੰ ਇਹ ਤਾਂ ਦਿਖਦਾ ਨਹੀਂ ਵੀ ਹਰਿਆਣੇ ਦੇ ਸਿੱਖ ਨੇ ਉਹਦੇ 'ਚ, ਯੂਪੀ ਦੇ ਸਿੱਖ ਨੇ ਉਹਦੇ 'ਚ, ਮੱਧ ਪ੍ਰਦੇਸ਼ ਦੇ ਸਿੱਖ ਨੇ ਜਿੱਥੇ ਇਹਨਾਂ ਦੀ ਆਪਦੀ ਸਰਕਾਰ ਹੈ, ਹਰਿਆਣੇ 'ਚ ਇਹਨਾਂ ਦੀ ਆਪਦੀ ਹੈ, ਯੂਪੀ 'ਚ ਇਹਨਾਂ ਦੀ ਆਪਦੀ ਸਰਕਾਰ ਹੈ, ਉੱਤਰਾਖੰਡ ਦੇ ਸਿੱਖ ਨੇ ਉੱਥੇ ਵੀ, ਉੱਤਰਾਖੰਡ ਦੇ ਕਿਸਾਨ ਨੇ ਉੱਥੇ ਵੀ ਇਹਨਾਂ ਦੀ ਸਰਕਾਰ ਹੈ। ਫਿਰ ਬਾਕੀ ਬੰਗਾਲ 'ਚੋਂ, ਬਿਹਾਰ 'ਚੋਂ, ਮਹਾਰਾਸ਼ਟਰ, ਬਿਹਾਰ 'ਚ ਵੀ ਇਹਨਾਂ ਦੀ ਸਰਕਾਰ ਹੈ, ਝਾਰਖੰਡ 'ਚੋਂ ਤੇ ਤਮਿਲਨਾਡੂ ਤੱਕ ਤੋਂ ਜਿੰਨੇ ਕੁ ਬੰਦੇ ਆ ਸਕਦੇ ਨੇ ਕਰਨਾਟਕਾ 'ਚੋਂ ਆ ਰਹੇ ਨੇ, ਕਰਨਾਟਕਾ 'ਚ ਵੀ ਇਹਨਾਂ ਦੀ ਸਰਕਾਰ ਹੈ। ਗੁਜਰਾਤ 'ਚੋਂ ਆਏ ਨੇ, ਗੁਜਰਾਤ 'ਚ ਵੀ ਇਹਨਾਂ ਦੀ ਸਰਕਾਰ ਹੈ। ਸੋ ਇਹ ਦੇਖਣ ਦੀ ਬਜਾਏ ਇੱਕ ਤਾਂ ਇਹਨੂੰ ਹਿੰਦੂ, ਕਿਉਂਕਿ ਉੱਤਰੀ ਭਾਰਤ ਦੇ ਵਿੱਚ ਹਿੰਦੂ ਸਿੱਖ ਦਾ ਮਸਲਾ ਬਣਾ ਕੇ ਸਿੱਖਾਂ ਨੂੰ ਹਿੰਦੂਵਾਦ ਦੇ ਵਿੱਚ ਲਿਜਾਣਾ ਚਾਹੁੰਦੇ ਨੇ। ਕੋਈ ਸਿੱਖ ਵੀ ਇਹਨਾਂ ਨਾਲ ਰਲ ਜਾਂਦੇ ਨੇ, ਪੱਗਾਂ ਭਾਵੇਂ ਬੰਨੀਆਂ ਹੁੰਦੀਆਂ ਨੇ, ਉਹ ਹਿੰਦੂਆਂ ਦੇ ਨਾਲ ਵੀ ਨਹੀਂ ਇਹ ਸਾਰਾ ਕੁਝ ਠੀਕ ਹੈ। ਇਸ ਪਾਸੇ ਨੂੰ ਜਾ ਰਹੇ ਨੇ, ਇਹ 'ਚ ਕੋਈ ਸ਼ੱਕ ਨਹੀਂ। ਜਿਹੜਾ ਹੁਣ ਦੁਸਹਿਰੇ ਦੀ ਗੱਲ ਕਰਦੇ ਨੇ, ਦੁਸਹਿਰਾ ਕੀ ਹੈ? ਦੁਸਹਿਰਾ ਤੇ ਦੀਵਾਲੀ ਨੂੰ ਜੇ ਅਸੀਂ ਦੇਖੀਏ, ਹੋਲੀ, ਦੁਸਹਿਰਾ ਤੇ ਦੀਵਾਲੀ, ਇਹ 3 ਪਰਬ ਕਿਵੇਂ ਮਨਾਏ ਜਾਂਦੇ ਨੇ? ਹੋਲੀ ਹੈ ਜਿਹੜੀ, ਉਹ ਜਿਹੜਾ ਰਾਜਾ ਜ਼ਾਲਮ ਹੋਵੇ, ਉਸ ਜ਼ਾਲਮ ਰਾਜੇ ਦੇ ਖਿਲਾਫ ਜਿਹੜਾ ਲੜਨ ਵਾਲਾ ਹੈ, ਉਸ ਲੜਨ ਵਾਲੇ ਦੇ ਬਚਨ ਦਾ ਪ੍ਰਤੀਕ ਹੈ ਕਿ ਉਹ ਬਚਦਾ ਹੈ ਤੇ ਰਾਜਾ ਮਰਦਾ ਆਖਰਕਾਰ। ਜਿਹੜਾ ਹਰਨਾਕਸ਼ ਹੈ ਉਹ ਪ੍ਰਹਲਾਦ ਭਗਤ ਨੂੰ ਸਜ਼ਾ ਦੇਣੀ ਚਾਹੁੰਦਾ ਹੈ। ਪ੍ਰਹਲਾਦ ਭਗਤ ਦੀ ਭੂਆ ਉਹਨੂੰ ਗੋਦੀ 'ਚ ਲੈ ਕੇ ਬਹਿ ਜਾਂਦੀ ਹੈ। ਫਰਕ ਇਹ ਜੋ ਮਿਥਿਆਸ ਹੈ, ਇਤਿਹਾਸ ਜੋ ਵੀ ਹੈ ਕਹਾਣੀ, ਕਿ ਬਈ ਉਹ ਪਰ ਹੋਲਕਾ ਜਲ ਜਾਂਦੀ ਹੈ ਤੇ ਉਹ ਬਚ ਜਾਂਦਾ ਹੈ। ਇਹ ਨਿਸ਼ਾਨੀ ਕੀ ਹੈ? ਸੱਚ ਦੀ ਜਿੱਤ ਹੁੰਦੀ ਹੈ
ਤੇ ਜਿਹੜਾ ਝੂਠ ਆ ਉਹ ਚੱਲਦਾ ਹੈ। ਸੋ ਜੇ ਹੋਲੀ 'ਚ ਜਿਹੜੇ ਝੂਠ ਬੋਲਦੇ ਨੇ, ਜਿਹੜੇ ਤੂਫਾਨ ਤੋਂ ਕੁਫਰ ਤੋਲਦੇ ਨੇ, ਦੇਸ਼ ਨੂੰ ਵੇਚ ਰਹੇ ਨੇ, ਜੇ ਉਹਨਾਂ ਦੇ ਪੁਤਲੇ ਜਲਾ ਦਿੱਤੇ ਜਾਂਦੇ ਨੇ, ਤਾਂ ਉਹ ਤਾਂ ਬਿਲਕੁਲ ਸਮਾਂ ਸੀ ਹੋਲੀ ਨੂੰ ਸਹੀ ਸਹੀ ਮਾਇਨੇ 'ਚ ਮਨਾਇਆ ਜਾ ਰਿਹਾ ਹੈ। ਇੱਦਾਂ ਹੀ ਅਸੀਂ ਦੁਸਹਿਰਾ ਦੇਖੀਏ, ਦੁਸਹਿਰੇ ਦੇ ਵਿੱਚ ਜਿਹੜਾ ਹੈ ਉਹ ਇਹ ਹੈ, ਹਾਲਾਂਕਿ ਰਾਵਣ ਬਹੁਤ ਪੜ੍ਹਿਆ ਲਿਖਿਆ ਸੀ, ਪਰ ਉਹਨੇ ਜੋ ਗਲਤੀ ਕਰੀ ਜਿੰਨੀ ਕੁ ਉਹਦੇ ਵਾਸਤੇ ਜੋ ਸਜ਼ਾ ਦੇਣੀ ਸੀ, ਅਸਲ 'ਚ ਪ੍ਰਤੀਕ ਇਸ ਗੱਲ ਦਾ ਹੈ ਕਿ ਬੁਰਾਈ ਨੂੰ ਸਾੜਿਆ ਜਾਂਦਾ ਹੈ। ਇਹਦੇ ਵਿੱਚ ਸਰਕਾਰ ਨੇ ਖੁਦ ਅਨਪੜ੍ਹਤਾ ਦਾ ਪੁਤਲਾ ਸਾੜਿਆ ਸੀ ਕਿ ਜੀ ਅਨਪੜ੍ਹਤਾ ਇੱਕ ਬੁਰਾਈ ਹੈ, ਇਹਦਾ ਪੁਤਲਾ ਸਾੜ ਜਾਵੇ। ਸਰਕਾਰ ਨੇ ਸਾੜਿਆ ਸੀ, ਭਾਰਤ ਸਰਕਾਰ ਨੇ, ਕੋਈ 10 ਸਾਲ ਪਹਿਲਾਂ ਦੀ ਗੱਲ ਹੈ, ਇੱਥੇ ਪੰਚਕੂਲੇ ਦੇ ਵਿੱਚ। ਤੇ ਇਸੇ ਤਰ੍ਹਾਂ ਹੀ ਜਿਹੜਾ ਇਹ ਹੈਗਾ ਆਪਣਾ ਹੁਣ ਕਿਸਾਨ ਵੀ ਕਹਿੰਦੇ ਨੇ ਵੀ ਜਿਹੜੇ ਇਹ ਬਿੱਲ ਬਣਾਏ ਨੇ ਬੁਰਾਈ ਦੇ ਪ੍ਰਤੀਕ ਨੇ, ਤੇ ਬਣਾਉਣ ਵਾਲੇ ਮੋਦੀ ਸ਼ਾਹ ਨੇ। ਇਸ ਕਰਕੇ ਮੋਦੀ ਸ਼ਾਹ ਜਿੱਦ ਕਰੀ ਬੈਠੇ ਨੇ, ਇਸ ਕਰਕੇ ਮੋਦੀ ਸ਼ਾਹ ਦੇਸ਼ ਵਾਸਤੇ ਬੁਰਾਈ ਨੇ, ਅਸੀਂ ਉਹਨਾਂ ਨੂੰ ਸਾੜਨਾ। ਇਹ ਗੱਲ ਕਦੇ ਕਿਸਾਨ ਨਹੀਂ ਕਹਿ ਰਹੇ, ਇਹ ਗੱਲ ਰਮਾਇਣ ਜਿਹਦੇ ਆਧਾਰ ਤੇ ਦੁਸਹਿਰਾ ਅਸੀਂ ਮਨਾਉਂਦੇ ਹਾਂ ਜਾਂ ਦੀਵਾਲੀ ਮਨਾਉਂਦੇ ਹਾਂ, ਜਿਹੜੀ ਤੁਲਸੀ ਰਮਾਇਣ ਹੈ ਉਹਦੇ ਉੱਤਰਾਖੰਡ ਦੀ 39ਵਾਂ ਸ਼ਲੋਕ ਹੈ, ਜੋ ਮੈਂ ਆਪਣੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਮਤਲਬ ਕਹਿਣਾ ਵੀ ਚਾਹਾਂਗਾ। ਪਰ ਦਰੋਹੀ ਪਰ ਦਾਰ ਰਤ, ਪਰ ਧਨ ਪਰ ਅਪਵਾਦ, ਤੇ ਨਰ ਪਾਵਰ ਪੰਪੈ ਦੇ ਧਰੇ ਮਨੁਵਾਦ। ਇਹਦਾ ਮਤਲਬ ਕੀ ਹੈ ਕਿ ਜਿਹੜੇ ਧਰੋਹ ਕਰਦੇ ਨੇ ਦੂਜਿਆਂ ਨਾਲ, ਜੀ ਇਹ ਕਿਸਾਨਾਂ ਨਾਲ ਧਰੋਹ ਕਰਿਆ ਜਾਏ, ਜਿਹੜੇ ਪਰ ਨਾਰੀ ਦੇ ਕੋਲ ਜਾਂਦੇ ਨੇ, ਤੇ ਉਹਦੇ ਉੱਤੇ ਮੈਂ ਕੁਛ ਨਹੀਂ ਕਹਾਂਗਾ, ਇਹਨਾਂ ਬਾਰੇ ਵੀ ਇਹ ਕੀ ਕਰਦੇ ਨੇ, ਕਹਾਣੀਆਂ ਸਭ ਲੋਕ ਜਾਣਦੇ ਨੇ, ਜੋ ਵੀ ਹੈ ਮੈਂ ਨਹੀਂ ਕਹਾਂਗਾ। ਫਿਰ ਪਰ ਅਪਵਾਦ, ਜਿਹੜਾ ਦੂਜਿਆਂ ਦੇ ਵਾਸਤੇ ਅਪਵਾਦ ਪੈਦਾ ਕਰੇ, ਬਿਨਾਂ ਮਤਲਬ ਦੇ ਦੂਜਿਆਂ ਨਾਲ ਪੰਗਾ ਲਵੇ, ਇਹ ਬਿਨਾਂ ਮਤਲਬ ਦੇ ਪੰਗਾ ਲੈ ਰਹੇ ਨੇ, ਕਿਉਂਕਿ ਉਹਨਾਂ ਕੋਲ ਤਾਂ ਅਧਿਕਾਰ ਹੀ ਨਹੀਂ ਸੀ। ਫਿਰ ਉਹ ਕਹਿੰਦੇ ਨੇ ਵੀ ਉਹ ਫਿਰ ਜਿਹੜੇ ਨਰ ਨੇ ਉਹ ਕੀ ਨੇ, ਉਹ ਪਾਂਪਰ ਨੇ, ਉਹ ਪਾਪਮੈ ਨੇ। ਉਹ ਜਿਹੜੇ ਪਾਂਪਰ ਨੇ, ਪਾਪਮੈ ਨੇ, ਉਹ ਜਿਹੜੇ ਨੇ ਦੈਂਤ ਨੇ, ਉਹਨਾਂ ਦੈਂਤਾਂ ਦਾ ਨੇ ਮਨੁੱਖ ਦੀ ਦੇਹ ਤਾਂ ਧਾਰੀ ਹੋਈ ਹੈ, ਪਰ ਹੈਗੇ ਉਹ ਦੈਂਤ, ਉਹ ਅਸੁਰ ਨੇ, ਇਹਨਾਂ ਨੂੰ ਅਸੁਰ ਵੀ ਕਿਹਾ ਜਾਂਦਾ ਸੀ। ਸੋ ਜੇ ਉਹ ਅਸੁਰ ਨੇ, ਜੇ ਉਹ ਦੈਂਤ ਨੇ, ਤੇ ਫਿਰ ਉਹਨਾਂ ਦੇ ਪੁਤਲੇ ਤਾਂ ਸਾਹਨੀ ਨੇ, ਕਿਉਂਕਿ ਉਹਨਾਂ ਨੇ ਪੂਰੇ ਦੇ ਪੂਰੇ ਮੁਲਕ ਨੂੰ, ਬਾਕੀ ਗੱਲਾਂ 'ਚ ਨਾ ਵੀ ਜਾਈਏ, ਕਦੀ ਕਿਸਾਨੀ ਤੇ ਲਈਏ, ਪੂਰੀ ਸਾਡੀ ਇਹਦੇ ਨਾਲ ਰੁਜ਼ਗਾਰ ਚਲਾ ਜਾਣਾ ਹੈ। ਸਾਡਾ ਜੋ ਤੁਸੀਂ ਪਹਿਲਾਂ ਕਿਹਾ, ਸਾਡੇ ਪੇਟ ਤੇ ਲੱਤ ਵੱਜਣੀ ਹੈ ਕਿ ਕੋਈ ਕਦੇ ਕਿਸਾਨਾਂ ਨੂੰ ਕਲੀਅਰ ਹੈ, ਅਜੇ ਜਿਹੜਾ ਸਾਡਾ ਕੰਜ਼ਿਊਮਰ ਆ ਉਹਨੂੰ ਕਲੀਅਰ ਨਹੀਂ ਹੋ ਰਿਹਾ, ਹਾਲਾਂਕਿ ਭਾਅ ਰੋਜ਼ ਵੱਧ ਰਹੇ ਨੇ। ਜਦੋਂ ਇਹ 'ਚ ਲਿਖਦਾ ਹਰ ਸਾਲ 1.5 ਗੁਣਾ ਭਾਅ ਕਰ ਦਿਓ, ਤੁਸੀਂ ਸੁੱਕੀਆਂ ਵਸਤਾਂ ਦੇ, ਗਿੱਲੀਆਂ ਦੇ ਦੁੱਗਣੇ ਕਰ ਦਿਓ, ਫਿਰ ਤਾਂ ਤੁਸੀਂ ਆਪੇ ਹਿਸਾਬ ਲਾ ਲਓ ਵੀ ਕੀ ਭਾਅ 'ਚ ਚਲੇ ਜਾਊਗਾ। ਜਿਹੜਾ ਦੁੱਧ ਤੁਹਾਨੂੰ ਅੱਜ 50 ਰੁਪਏ ਮਿਲਦਾ ਹੈ, ਕੱਲ ਨੂੰ 100, ਅਗਲੇ ਸਾਲ ਉਦੋਂ ਅਗਲੇ ਸਾਲ 200, ਉਦੋਂ ਅਗਲੇ ਸਾਲ 300 ਰੁਪਏ ਕਿਲੋ ਦੁੱਧ ਲੈ ਲੇਗਾ ਕੋਈ। ਪੈਟਰੋਲ ਨਹੀਂ ਮਹਿੰਗਾ ਹੋਇਆ। ਸੋ ਇਸ ਕਰਕੇ ਜਿਹੜੀ ਸਰਕਾਰ ਇਹੋ ਜਿਹਾ ਕੁਝ ਕਰ ਰਹੀ ਹੈ, ਨਾ ਤਾਂ ਹਿੰਦੂ ਧਰਮ ਨੂੰ ਦੇਖ ਰਹੀ ਹੈ, ਨਾ ਉਸ ਰਮਾਇਣ ਨੂੰ ਦੇਖ ਰਹੀ ਹੈ, ਜਿਹੜੀ ਰਮਾਇਣ 'ਚ ਮੈਂ ਰਮਾਇਣ ਦਾ 39ਵਾਂ ਸ਼ਲੋਕ ਹੈ ਉੱਤਰਾਖੰਡ ਉੱਤਰਾਖੰਡ ਦਾ। ਸੋ ਜਿਹੜਾ ਉੱਤਰਾਖੰਡ ਹੈ ਉਹਦਾ 39ਵਾਂ ਸ਼ਲੋਕ ਇਹ ਕਹਿੰਦਾ ਹੈ ਵੀ ਜਿਹੜੇ ਬੰਦੇ ਆਹ ਕੁਝ ਕਰਦੇ ਨੇ, ਧਰੋਹ ਕਮਾ ਰਹੇ ਨੇ, ਜਿਹੜੇ ਅਪਵਾਦ ਪੈਦਾ ਕਰਦੇ ਨੇ ਬਿਨਾਂ ਮਤਲਬ ਦੇ, ਉਹ ਬੰਦੇ ਜਿਹੜੇ ਨੇ ਉਹ ਅਸੁਰ ਨੇ, ਉਹ ਦੈਂਤ ਨੇ, ਤੇ ਫਿਰ ਦੈਂਤਾਂ ਨੂੰ ਤਾਂ ਸਾੜਨਾ ਹੈ। ਸੋ ਇਸ ਕਰਕੇ ਇਹ ਜਿਹੜਾ ਉਹਨਾਂ ਨੇ ਫੈਲਾਇਆ ਹੈ, ਇਹ ਜਿਹੜਾ ਕਿਸਾਨਾਂ ਵੱਲੋਂ ਸਾੜਿਆ ਜਾਣਾ ਹੈ, ਇਹਨੂੰ ਗਲਤ ਕਰਾਰ ਦੇਣਾ, ਉਹਨੂੰ ਹਿੰਦੂ ਸਿੱਖ ਦਾ ਰੂਪ ਦੇਣਾ ਗਲਤ ਹੈ। ਉਸੇ ਦੇ ਦਿਸ਼ਾ ਦੇ ਵਿੱਚ ਇਹ ਕੀ ਕਰ ਰਹੇ ਨੇ, ਕਹਿੰਦੇ ਜੀ ਏਦਾਂ ਹੀ ਜੇ ਦੀਵਾਲੀ ਨੂੰ ਕਾਲੀ ਦੀਵਾਲੀ ਕਹਿੰਦੇ, ਕਾਲੀ ਦੀਵਾਲੀ ਮਨਾਉਂਦੇ ਆਏ ਨੇ, ਹਿੰਦੂ ਮਨਾਉਂਦੇ ਆਏ ਨੇ। ਜਿੱਦਾਂ ਕਿਸੇ ਦੇ ਘਰ ਮਰਗਤ ਹੋ ਜੇ, ਜਿੰਨਾ ਚਿਰ ਦੁਬਾਰਾ ਕੋਈ ਜਵਾਕ ਨਾ ਜੰਮੇ ਦੀਵਾਲੀ ਵਾਲੇ ਦਿਨ, ਉਹਨਾਂ ਚਿਰ ਦੀਵਾਲੀ ਨਹੀਂ ਮਨਾਉਂਦੇ, ਉਹ ਕਾਲੀ ਦੀਵਾਲੀ ਮਨਾਉਂਦੇ ਨੇ। ਸੋ ਕਾਲੀ ਦੀਵਾਲੀ ਕੋਈ ਨਵੀਂ ਗੱਲ ਹੈ, ਕਾਲੀ ਦੀਵਾਲੀ ਸੋਗ 'ਚ ਮਨਾਈ ਜਾਂਦੀ ਹੈ ਕਿ ਸਾਡੇ ਅੱਜ ਖੁਸ਼ੀ ਨਹੀਂ ਹੈ, ਸਾਡੇ ਅੱਜ ਸੋਗ ਹੈ, ਅਸੀਂ ਚਾਨਣ ਨਹੀਂ ਕਰ ਸਕਦੇ, ਅਸੀਂ ਹਨੇਰੇ 'ਚ ਬੈਠਾਂਗੇ, ਇਹ ਸਾਡਾ ਰੋਸ ਹੈ। ਕਾਲੀ ਦੀਵਾਲੀ ਰੋਸ ਰੱਬ ਦੇ ਨਾਂ ਤੇ ਕਹਿੰਦੇ ਨੇ ਨਾ, ਵੀ ਧਰਮ ਤਾਂ ਇਹੀ ਕਹਿੰਦਾ ਨਾ ਵੀ ਜਿਹੜਾ ਜੋ ਆਇਆ ਸੋ ਚੱਲ ਸੀ, ਜਿਹੜਾ ਕੋਈ ਉਹਨੂੰ ਕੁਦਰਤ ਦਾ ਜਿਹੜੀ ਉਹਦੇ ਜਿੰਨੇ ਸਾਹਸ ਲਿਖੇ ਨੇ ਉਹ ਖਤਮ ਹੋ ਗਏ। ਤੇ ਜੇ ਕਿਸੇ ਦਾ ਦੀਵਾਲੀ ਵਾਲੇ ਦਿਨ ਉਹ ਕਹਿੰਦੇ ਵੀ ਸਾਡੇ ਨਾਲ ਜ਼ਿਆਦਤੀ ਹੋਈ ਹੈ, ਇਹਦੇ ਬਾਵਜੂਦ ਰੱਬ ਦੇ ਵਿਧੀ ਵਿਧਾਨ ਤੇ ਵੀ ਉਹ ਕਹਿੰਦੇ ਸਾਡੇ ਨਾਲ ਜ਼ਿਆਦਤੀ ਹੋਈ ਹੈ, ਕਾਲੀ ਦੀਵਾਲੀ ਮਨਾਉਂਦੇ ਨੇ। ਤੇ ਦੀਵਾਲੀ ਨਹੀਂ ਮਨਾਉਂਦੇ, ਔਰ ਹਿੰਦੂ ਨੇ ਉਹ ਹਿੰਦੂ ਕਰਦੇ ਨੇ ਇਹੀ ਕੁਛ। ਸੋ ਜੇ ਕਾਲੀ ਦੀਵਾਲੀ ਕਿਸਾਨ ਮਨਾ ਰਹੇ ਨੇ ਕਿ ਸਾਡਾ 650 ਕਿਸਾਨ ਸ਼ਹੀਦ ਹੋ ਗਿਆ ਹੈ, ਸਾਡੀਆਂ ਜ਼ਮੀਨਾਂ ਤੁਸੀਂ ਖੋਹ ਰਹੇ ਹੋ, ਸਾਡੇ ਤੁਸੀਂ ਬੰਦੇ ਦਰੜ ਤੇ ਇਹਦੇ ਚੋਂ ਕਿਹੜੀ ਅੱਤ ਕਰ ਰਹੇ ਨੇ, ਤੇ ਉਹੀ ਕੁਛ ਕਰ ਰਹੇ ਨੇ ਜੋ ਸਾਡੀ ਟ੍ਰੈਡੀਸ਼ਨ ਹੈ। ਸਾਡੀ ਟ੍ਰੈਡੀਸ਼ਨ ਸਾਨੂੰ ਦੱਸਦੀ ਹੋਈ ਇਹ ਹੈ ਕਿ ਦੀਵਾਲੀ ਤਾਂ ਅਸੀਂ ਲਾਈਟਾਂ ਦੀ ਰੋਸ਼ਨੀ ਉਦੋਂ ਆਉਂਦੀ ਹੈ ਜਦ ਇਨਸਾਫ ਦਾ ਰਾਜ ਹੋਵੇ। ਰਾਮ ਚੰਦਰ ਜੀ ਆਏ, ਲੋਕਾਂ ਨੂੰ ਹੋਇਆ ਇਨਸਾਫ ਦਾ ਰਾਜ ਹੋਏਗਾ,
ਤਾਂ ਹੀ ਦੀਵੇ ਜਗਾਏ। ਪਰ ਜਿਨ੍ਹਾਂ ਨੂੰ ਹਨੇਰਾ ਮਿਲਣਾ ਹੈ ਉਹਨਾਂ ਨੇ ਤਾਂ ਕਾਲੀ ਦੀਵਾਲੀ ਮਨਾਉਣੀ ਆ, ਹੁਣ ਵੀ ਮਨਾਉਂਦੇ ਨੇ, ਹਿੰਦੂ ਮਨਾਉਂਦੇ ਨੇ ਬਾਕਾਇਦਾ, ਜੇ ਦੂਜੇ ਨਹੀਂ ਉਨੀ ਮਨਾਉਂਦੇ। ਤੀਜੀ ਗੱਲ, ਦੀਵਾਲੀ ਜਾਂ ਦੁਸ਼ਹਿਰਾ, ਦੀਵਾਲੀ ਤਾਂ ਬਿਲਕੁਲ ਹੀ ਇਕੱਲੇ ਹਿੰਦੂਆਂ ਦਾ ਤਿਉਹਾਰ ਨਹੀਂ। ਬੰਦੀ ਛੋੜ ਦਿਵਸ ਦੇ ਨਾਂ ਦੇ ਉੱਤੇ ਦੀਵਾਲੀ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਧੂਮ-ਧਾਮ ਨਾਲ ਦੀਵਾਲੀ ਜਿਹੜੀ ਮਨਾਈ ਜਾਂਦੀ ਆ, ਕਿਤੇ ਹਿੰਦੂਆਂ ਦਾ ਕੋਈ ਸਥਾਨ ਐਸਾ ਨਹੀਂ ਜਿੱਥੇ ਦੀਵਾਲੀ ਉਹੀ ਜਿਹੀ ਮਨਾਈ ਜਾਂਦੀ ਹੋਵੇ ਜਿਹੋ ਜਿਹੀ ਅੰਮ੍ਰਿਤਸਰ 'ਚ, ਸ੍ਰੀ ਅੰਮ੍ਰਿਤਸਰ ਸਾਹਿਬ 'ਚ, ਦਰਬਾਰ ਸਾਹਿਬ 'ਚ ਮਨਾਈ ਜਾਂਦੀ ਹੈ। ਸੋ ਇਸ ਕਰਕੇ ਇਹਨੂੰ ਹਿੰਦੂਆਂ ਦਾ ਤਿਉਹਾਰ ਕਹਿਣਾ, ਇਹਨੂੰ ਫਿਰਕਾ ਪ੍ਰਸਤੀ ਦਾ ਤਿਉਹਾਰ ਬਣਾਉਣਾ। ਜਿੰਨੇ ਪੁਰਾਣੇ ਕਿੱਸੇ, ਪੁਰਾਣੀਆਂ ਕਹਾਣੀਆਂ ਤੁਸੀਂ ਜਿੰਨੇ ਮਰਜ਼ੀ ਪੜ੍ਹ ਲਓ, ਉਹਦੇ 'ਚ ਤੀਆਂ, ਦੀਵਾਲੀ, ਦੁਸ਼ਹਿਰਾ, ਹੋਲੀ, ਲੋਹੜੀ, ਇਹ ਸਾਰੇ ਤਿਉਹਾਰਾਂ ਦੇ ਵਿੱਚ ਕੋਈ ਫਿਰਕਾ ਪ੍ਰਸਤੀ ਦੇ ਨਾਂ ਨਿਸ਼ਾਨ ਨਹੀਂ। ਇਹ ਠੀਕ ਹੈ, ਇਹ ਜੁੜੇ ਹੋਏ ਹਿੰਦੂਆਂ ਨਾਲ ਨੇ, ਪਰ ਇਹਨਾਂ ਨੂੰ ਸਾਰੀ ਮਨਾਉਂਦੇ ਨੇ, ਕੋਈ ਘੱਟ ਕੋਈ ਵੱਧ। ਸੋ ਇਸ ਕਰਕੇ ਦੀਵਾਲੀ ਤਾਂ ਉਹਨਾਂ ਦੀ ਹੈ ਨਾ ਜਿਨ੍ਹਾਂ ਦੇ ਘਰੇ ਪੈਸਾ ਹੈ। ਜਿਨ੍ਹਾਂ ਦਾ ਪੈਸਾ ਖੋਹ ਲਿਆ ਉਹਦੀ ਦੀਵਾਲੀ ਕਾਹਦੀ, ਉਹਦੀ ਤਾਂ ਦੀਵਾਲੀ ਵੀ ਕਾਲੀ ਹੋਈ ਹੋਏਗੀ ਨਾ। ਸੋ ਦੀਵਾਲੀ ਨੂੰ ਕਾਲੇ ਮਨਾਉਣਾ, ਦੁਸ਼ਹਿਰੇ ਨੂੰ ਪੁਤਲੇ ਸਾੜਨਾ, ਇਹ ਕੋਈ ਨਾ ਤਾਂ ਹਿੰਦੂਆਂ ਦੇ ਖਿਲਾਫ ਹੈ, ਨਾ ਇਹ ਕਿਸੇ ਧਰਮ ਦੇ ਖਿਲਾਫ ਹੈ। ਇਹ ਵੱਧ ਕੇ ਜਿਹੜੀ ਰਾਮਾਇਣ ਦੀ ਪੂਰੀ ਕਥਾ ਹੈ, ਉਹਦਾ ਜੋ ਪੂਰੇ ਦਾ ਪੂਰਾ ਪ੍ਰਵਚਨ ਹੈ, ਉਸ ਨੂੰ ਸਾਰਥਕ ਰੂਪ ਦੇ ਵਿੱਚ, ਸਹੀ ਅਰਥਾਂ ਦੇ ਵਿੱਚ ਲੋਕਾਂ 'ਚ ਲੈ ਕੇ ਜਾਣਾ ਹੈ। ਜ਼ਿਕਰ ਕੀਤਾ ਤੁਸੀਂ ਬੜੀ ਤਰਤੀਬ ਅਨੁਸਾਰ ਦਰਸ਼ਕਾਂ ਨੂੰ ਤੇ ਬੜੇ ਸੌਖੇ ਤੇ ਸਰਲ ਭਾਸ਼ਾ ਵਿੱਚ ਸਮਝਾਇਆ। ਤਾਂ ਫਿਰ ਬੀਜੇਪੀ ਸਰਕਾਰ ਦੀ ਜੋ ਫਿਰਕੂ ਨੀਤੀਆਂ ਨੇ ਸਮੇਂ-ਸਮੇਂ ਤੇ ਉਹ ਜ਼ਾਹਰ ਹੁੰਦੀਆਂ ਨੇ। ਜਦੋਂ ਖੇਤੀ ਅੰਦੋਲਨ ਸ਼ੁਰੂ ਹੋਇਆ ਸੀ, ਉਦੋਂ ਕਿਸਾਨਾਂ ਨੂੰ, ਕਿਸਾਨ ਆਗੂਆਂ ਨੂੰ ਕੀ ਕਹਿ ਕੇ ਨਹੀਂ ਭੰਡਿਆ ਗਿਆ ਸੀ। ਨੈਕਸਲਾਈਟ ਕਿਹਾ ਗਿਆ ਸੀ, ਖਾਲਿਸਤਾਨੀ ਕਿਹਾ ਗਿਆ ਸੀ, ਐਂਟੀ ਨੈਸ਼ਨਲ ਕਿਹਾ ਗਿਆ ਸੀ। ਸਮੇਂ-ਸਮੇਂ ਤੇ 100-100 ਟਿੱਪਣੀਆਂ ਕੀਤੀਆਂ। ਤਾਂ ਫਿਰ ਜੋ ਬੀਜੇਪੀ ਸਰਕਾਰ ਦੀ ਇਹ ਸਿਆਸਤ ਹੈ ਧਰਮਾਂ ਨੂੰ ਲੈ ਕੇ, ਫਿਰ ਜਦੋਂ ਇਹ ਲੋਕਾਂ ਨੂੰ ਵੰਡਣ ਦੀ ਗੱਲ ਕਰਦੇ ਨੇ, ਧਰਮਾਂ ਨੂੰ ਵੰਡਣ ਦੀ ਗੱਲ ਕਰਦੇ ਨੇ, ਦੇਸ਼ ਲਈ ਤਾਂ ਬੇਹੱਦ ਖਤਰਨਾਕ ਹੈ ਨਾ ਜੋ ਇਹ ਪਾਲਿਸੀਆਂ ਤੇ ਬੀਜੇਪੀ ਸਰਕਾਰ ਤੁਰ ਰਹੀ ਹੈ। ਬਹੁਤ ਵੱਡਾ, ਦੇਸ਼ ਦੀ ਜਿਹੜੀ ਆਜ਼ਾਦੀ ਹੈ ਉਹ ਅੱਜ ਖਤਰੇ 'ਚ ਹੈ। ਦੇਸ਼ ਦੀ ਪ੍ਰਭੂਸੱਤਾ ਖਤਰੇ 'ਚ ਹੈ। ਦੇਸ਼ ਦਾ ਸਾਰਾ ਕੁਝ ਵੇਚਿਆ। ਦੇਖੋ ਤੁਸੀਂ ਫਰਕ ਕਿੱਥੇ ਹੈ। ਕਿਸਾਨ ਤਾਂ ਆਪਦੀ ਜ਼ਮੀਨ ਬਚਾਉਣ ਵਾਸਤੇ ਲੜ ਰਿਹਾ, ਆਖਰਕਾਰ ਜ਼ਮੀਨ ਤਾਂ ਦੇਸ਼ 'ਚ ਹੀ ਹੈ ਨਾ। ਕਿਸਾਨ ਜ਼ਮੀਨ ਬਚਾਉਣ ਵਾਸਤੇ ਲੜ ਰਿਹਾ ਹੈ, ਤੇ ਜਿਹੜੀ ਸਾਡੀ ਸਰਕਾਰ ਹੈ ਜਿਹਦੇ ਪੁਤਲੇ ਫੂਕੇ ਜਾ ਰਹੇ ਨੇ ਦੋ ਨੇਤਾਵਾਂ ਦੇ, ਉਹ ਸਾਰਾ ਕੁਝ ਵੇਚ ਰਹੇ ਨੇ ਬਾਹਰਲਿਆਂ ਨੂੰ। ਅਸੀਂ ਬਾਹਰਲਿਆਂ ਨੂੰ, ਇੱਕ ਕੰਪਨੀ ਆਈ ਸੀ ਬੜੀ ਮੁਸ਼ਕਲ ਨਾਲ, 300 ਸਾਲ ਉਹ ਰਾਜ ਕਰਦੇ ਰਹੇ, 200 ਸਾਲ ਅਸੀਂ ਬੜੀ ਮੁਸ਼ਕਲ ਨਾਲ ਇੰਨੀਆਂ ਸ਼ਹੀਦੀਆਂ ਦੇ ਕੇ ਉਹਨਾਂ ਨੂੰ ਬਾਹਰ ਕੱਢਿਆ ਸੀ। ਅੱਜ ਇਹ ਉਹਨਾਂ ਨੂੰ ਬੁਲਾ ਰਹੇ ਨੇ ਤੇ ਸਾਰਾ ਵੇਚ ਰਹੇ ਨੇ, ਵੀ ਚੱਕੋ ਕੌਡੀਆਂ ਦੇ ਭਾਅ ਵੇਚ ਰਹੇ ਨੇ। ਇੱਕ ਤਾਂ ਇਹ ਹੈ। ਦੂਜਾ ਪੱਖ ਇਹ ਹੈ ਵੀ ਇਹ ਜਿਹੜੇ ਸਾਨੂੰ ਕਹਿੰਦੇ ਨੇ ਮੋਦੀ ਸਾਹਿਬ ਦਾ ਜਿਹੜਾ ਏਮ ਹੋ ਗਿਆ, ਨਿਸ਼ਾਨਾ ਹੋ ਗਿਆ, ਉਹ ਇਹ ਚਾਹੁੰਦੇ ਨੇ ਕਿ ਮੈਂ ਰਾਮ ਵਰਗਾ, ਮੈਨੂੰ ਮੰਨਣ ਲੋਕ, ਮੈਨੂੰ ਰੱਬ ਮੰਨਣ ਲੋਕ। ਉਹ ਆਪਦੇ ਆਪ ਨੂੰ ਰੱਬ ਸਾਬਤ ਕਰਨ ਵਾਸਤੇ ਕਦੇ ਤਾਂ ਰਵਿੰਦਰਨਾਥ ਵਾਲੀ ਦਾੜੀ ਵਧਾ ਲੈਂਦੇ ਨੇ ਵੀ ਮੈਂ ਰਵਿੰਦਰਨਾਥ ਦੀ ਤਰ੍ਹਾਂ ਬਣ ਜਾ, ਕਦੇ ਉਹ ਕੱਲ ਨੂੰ ਮਹਾਤਮਾ ਬੁੱਧ ਦਾ ਵੀ ਰੂਪ ਧਾਰ, ਉਹ ਕੋਈ ਵੀ ਬਹਿਰੂਪੀਏ ਨੇ, ਉਹ ਬਹਿਰੂਪ ਧਾਰਦੇ ਨੇ। ਅਸਲ 'ਚ ਉਹਨਾਂ ਦਾ ਇਹ ਹੈ ਕਿ ਆਪਦੇ ਆਪ ਨੂੰ ਆਊਟ ਆਫ ਪ੍ਰਪੋਰਸ਼ਨ ਪੇਸ਼ ਕਰਨਾ, ਵੀ ਮੋਦੀ ਤੋਂ ਬਿਨਾਂ ਕੋਈ ਹੈ ਹੀ ਨਹੀਂ ਹਿੰਦੁਸਤਾਨ 'ਚ, ਤੇ ਮੋਦੀ ਹੀ ਤੁਹਾਡੇ ਵਾਸਤੇ ਰੱਬ ਹੈ। ਤੁਸੀਂ ਵੋਟ ਮੋਦੀ ਦੇ ਨਾਂ 'ਤੇ ਦਿਓ ਤੇ ਮੋਦੀ ਨੇ ਤੁਹਾਡਾ ਸਾਰਾ ਪਾਲਤਾਰਾ ਕਰ ਦੇਣਾ। ਇਸ ਕਰਕੇ ਹਰ ਸਕੀਮ, ਹਰ ਗੱਲ ਉਹ ਮੋਦੀ ਦੇ ਨਾਂ 'ਤੇ ਹੀ ਸ਼ੁਰੂ ਕਰੀ ਜਾਂਦੀ ਹੈ, ਮੋਦੀ ਦੇ ਨਾਂ 'ਤੇ ਹੀ ਖਤਮ ਹੁੰਦੀ ਹੈ, ਹੋਰ ਕਿਸੇ ਦੀ ਕੋਈ ਪੁੱਛ ਨਹੀਂ ਹੈ। ਤੇ ਪਰ ਹੁਣ ਉਹ ਜ਼ਿਆਦਾ ਤੇਜ਼ ਕਿਉਂ ਹੋਏ ਨੇ? ਹੁਣ ਤੇਜ਼ ਤਾਂ ਹੋਏ ਨੇ ਕਿ ਜੋ ਅਮਰੀਕਾ 'ਚ ਇਹਦੀ ਗੱਤ ਹੋਈ ਆ ਮੋਦੀ ਸਾਹਿਬ ਦੀ, ਹਾਲਾਂਕਿ ਅਸੀਂ ਨਹੀਂ ਚਾਹੁੰਦੇ ਸਾਡੇ ਪ੍ਰਧਾਨ ਮੰਤਰੀ ਦੀ ਏਦਾਂ ਦੀ ਗੱਤ ਹੋਵੇ, ਪਰ ਜੇ ਤੁਹਾਡੇ ਕੰਮ ਹੀ ਕਬੱਲੇ ਹੋਣਗੇ ਤੇ ਫਿਰ ਕਦੇ-ਕਦੇ ਤਾਂ ਰੱਬ ਸਵਰਨੀਆਂ ਕਰ ਦਿੰਦਾ ਹੈ, ਪਰ ਰੋਜ਼ ਦੀਆਂ ਕਬੱਲੀਆਂ ਨੂੰ ਤਾਂ ਸਵਰਨੀਆਂ ਨਹੀਂ ਨਾ ਕਰੇਗਾ, ਜੇ ਤੁਸੀਂ ਰੋਜ਼ ਹੀ ਕਬੱਲੀਆਂ ਕਰਦੇ ਹੋ। ਸੋ ਇਹਨਾਂ ਨੇ ਉਹ ਕਬੱਲੀਆਂ ਕਰਕੇ ਉਦੋਂ ਆ ਕੇ ਉਸੇ ਘਬਰਾਹਟ 'ਚੋਂ ਇਹਨਾਂ ਦੇ, ਤੁਸੀਂ ਦੇਖੋਗੇ 2 ਕੇਂਦਰੀ ਮੰਤਰੀਆਂ ਨੇ ਜੋ ਜੋ ਪਾਪ ਕਰਮ ਕਮਾਇਆ, ਮੈਂ ਕਹਾਂਗਾ। ਇੱਕ ਦੇ ਮੁੰਡੇ ਨੇ ਗੱਡੀਆਂ ਚਾੜ੍ਹਤੀਆਂ ਕਿਸਾਨਾਂ ਤੇ, ਸ਼ਾਂਤਮਈ ਕਿਸਾਨਾਂ ਦੇ ਉੱਤੇ ਦਰੜ ਤੇ ਦੂਜੇ ਨੇ ਸਾਂਸਦ ਨੇ ਇਹਨਾਂ ਨੇ ਯਾਦਵ ਸੈਣੀ ਨੇ, ਉਹਨੇ ਵੀ ਗੱਡੀ ਚੜ੍ਹਾਤੀ ਕਿਸਾਨਾਂ ਦੇ ਉੱਤੇ ਇੱਥੇ ਆਪਣਾ ਨਾਰਾਇਣਗੜ੍ਹ ਦੇ ਵਿੱਚ। ਇਹ ਜਿਹੜੀ ਗੱਲ ਹੈ ਉਹਨੂੰ ਕੋਈ ਐਕਸੀਡੈਂਟ ਕਹੇ, ਕੋਈ ਕੁਛ ਕਹੇ, ਹੁਣ ਐਕਸੀਡੈਂਟ ਐਂ ਥੋੜ੍ਹਾ ਹੁੰਦੇ ਨੇ ਜਿੱਥੇ ਕਿਸਾਨ ਬੈਠੇ ਨੇ। ਸੋ ਇਸ ਕਰਕੇ ਇਹ ਇਹਨਾਂ ਦੀ ਕੋਈ ਗਿਣੀ ਮਿਥੀ ਸਾਜ਼ਿਸ਼ ਹੈ ਜਿਹਦੇ ਰਾਹੀਂ ਇਹ ਉਸ ਪੰਜਾਬ ਨੂੰ, ਜਿਹੜੇ ਪੰਜਾਬ ਨੇ ਦੇਸ਼ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਕਰੀਆਂ ਨੇ, ਉਹਨੂੰ ਜਿਵੇਂ 84 'ਚ ਸਰਕਾਰਾਂ ਨੇ ਬਦਨਾਮ ਕਰਿਆ ਸੀ, ਹੁਣ ਬਦਨਾਮ ਕਰਕੇ, ਤੇ ਕੁਛ ਇਹਨਾਂ ਦੇ ਆਪਦੇ ਏਜੰਟ ਨੇ। ਮੈਂ ਇੱਕ ਥੋੜ੍ਹੀ ਜਿਹੀ ਉਦਾਹਰਨ ਦੇ ਦਿੰਦਾ ਤੁਹਾਨੂੰ। ਇੱਥੇ ਅਸੀਂ 4 ਤਰੀਕ ਨੂੰ ਧਰਨਾ ਮਾਰਨਾ ਸੀ, ਉੱਥੇ ਸ਼ੁਰੂ 'ਚ 50 ਕੁ ਬੰਦੇ ਸੀਗੇ ਮਸਾਂ, ਤੇ ਆ ਰਹੇ ਸੀ ਕਿਉਂਕਿ ਸਵੇਰੇ ਅਸੀਂ ਤਾਂ ਪਹੁੰਚ ਗਏ ਸਹੀ 10 ਵਜੇ। ਥੋੜ੍ਹੇ ਲੋਕ ਤਾਂ ਆਲੇ ਦੁਆਲੇ ਆਉਂਦੇ ਨੇ, ਟਾਈਮ ਲੱਗ ਜਾਂਦਾ ਹੈ। ਤੇ ਉੱਥੇ ਇੱਕ ਨਿਹੰਗ ਦੇ ਬਾਣੇ 'ਚ ਖੜਾ ਬੰਦਾ, ਪੁਲਿਸ ਸਾਨੂੰ ਅੱਗੇ ਜਾਣ ਨਹੀਂ ਦੇ ਰਹੀ ਸੀ, ਅਸੀਂ ਉੱਥੇ ਧਰਨਾ ਮਾਰ ਕੇ ਬੈਠ ਰਹੇ ਸੀ।
ਤੇ ਉਹ ਨਿੰਗ ਦੇ ਬਾਣੇ 'ਚ 3-4 ਉਹਦੇ ਨਾਲ ਹੋਰ, ਉਹ ਕਹੇ ਚਲੋ ਚਲੋ ਇੱਥੇ ਕਿਸੇ ਨੇ ਨਹੀਂ ਆਉਣਾ, ਇੱਥੇ ਕਿਸੇ ਨੇ ਨਹੀਂ ਆਉਣਾ। ਤੇ ਮੈਂ ਕਿਹਾ ਨਹੀਂ ਨਹੀਂ ਨਹੀਂ, ਅਸੀਂ ਤਾਂ ਰੋਜ਼ ਹੀ ਕਹਿੰਦਾ ਕਰਦੇ ਹਾਂ, ਅਸੀਂ ਕਿਸਾਨ ਅੰਦੋਲਨ 'ਚ ਰਹਿਣਾ, ਕਿਸੇ ਨੇ ਨਹੀਂ ਆਉਣਾ। ਪਿੱਛੇ ਨੂੰ ਤੁਰ ਪਏ। ਜਦ ਅੱਗੇ ਦੇਖਿਆ ਵੀ ਸਾਡੇ ਨਾਲ ਤਾਂ ਕੋਈ ਆ ਨਹੀਂ ਰਿਹਾ, ਫਿਰ ਆ ਕੇ ਵਿੱਚ ਹੀ ਬਹਿ ਗਏ, ਕਿਉਂਕਿ ਕਰਨਾ ਤਾਂ ਉਹਨਾਂ ਨੇ ਖਰੂਸ ਸੀ। ਸੋ ਫੜੇ ਗਏ ਨੇ ਕਈ ਵਾਰੀ। ਸੋ ਬਾਣਾ ਕੋਈ ਹੋਰ ਪਾ ਕੇ ਵੀ ਇਹਨਾਂ ਦਾ ਇਹ ਤਰੀਕਾ ਹੈ ਵੀ ਸਿੱਖੀ ਭੇਸ ਦੇ ਵਿੱਚ ਤੁਸੀਂ ਇਹੋ ਜਿਹੇ ਕੰਮ ਕਰਾ ਦਿਓ 2-4 ਜਿਨ੍ਹਾਂ ਨਾਲ ਲੋਕ ਸਿੱਖਾਂ ਨੂੰ ਬਦਨਾਮ ਕਰਨਾ ਸ਼ੁਰੂ ਕਰ ਦੇਣ। ਅੱਜ ਸਰਕਾਰ ਦਾ ਪੂਰਾ ਤਾਣ ਲੱਗਿਆ ਹੋਇਆ। ਕਿਉਂ ਲੱਗਿਆ ਇਹ? ਮੈਂ ਥੋੜ੍ਹੀ ਜਿਹੀ ਬੈਕਗਰਾਊਂਡ ਕਹਿਣੀ ਚਾਹਾਂਗਾ ਆਪਣੇ ਦਰਸ਼ਕਾਂ ਵਾਸਤੇ। ਇਹ ਇਸ ਕਰਕੇ ਲੱਗਿਆ ਹੈ ਕਿ ਜਿਹੜਾ ਬਿੱਲ ਜਦ ਇਹ ਆਰਡੀਨੈਂਸ ਆਏ, ਉਸ ਆਰਡੀਨੈਂਸ ਦੇ ਅਗੇਂਸਟ ਜਿਹੜਾ ਸਭ ਤੋਂ ਪਹਿਲਾਂ ਝੰਡਾ ਚੁੱਕਿਆ ਉਹ ਪੰਜਾਬੀਆਂ ਨੇ ਚੁੱਕਿਆ, ਉਹ ਪੰਜਾਬ ਦੇ ਕਿਸਾਨ ਨੇ ਚੁੱਕਿਆ। ਤੇ ਇਹਨਾਂ ਨੂੰ ਐਂ ਲੱਗਦਾ ਹੈ ਵੀ ਉਹ ਪੰਜਾਬ 'ਚੋਂ ਗਾਂ ਅੰਦੋਲਨ ਵੱਧਦਾ, ਹਰਿਆਣੇ ਫਿਰ ਹਰਿਆਣਾ ਨਾਲ ਤਾਂ ਐਂ ਛਾਤੀਆਂ ਕੱਢ ਕੇ ਅੱਗੇ ਆ ਗਏ ਵੀ ਕੋਈ ਗੱਲ ਨਹੀਂ, ਦੇਖੀ ਜਾਊ, ਪੰਜਾਬ ਵਾਲੇ ਸਾਡੇ ਵੱਡੇ ਭਾਈ ਨੇ, ਅੱਗੇ ਜਾਣਗੇ, ਗੋਲੀ ਸਾਡੇ ਤੇ ਲੱਗੇਗੀ, ਅਸੀਂ ਦੇਖਾਂਗੇ ਕਿਵੇਂ। ਇਹਨਾਂ ਦਾ ਵਿੱਚੇ ਪਾਣੀ ਦਾ ਅੰਦੋਲਨ, ਵਿੱਚੇ ਹੋਰ 100 ਗੱਲਾਂ ਜਿਹੜੀਆਂ ਇਹ ਲਿਫਾਫੇਬਾਜ਼ੀਆਂ ਕਰੀਆਂ, ਕਦੇ ਫਰੀਦਾਬਾਦ 'ਚ ਧਰਨੇ ਮਰਾਤੇ ਵੀ ਸਾਨੂੰ ਪਾਣੀ ਚਾਹੀਦਾ, ਉਹ ਕਿੱਧਰੇ ਫਾਦ ਗਏ। ਹਰਿਆਣੇ ਦਾ ਕਿਸਾਨ ਡਟ ਕੇ ਖੜਾ ਰਿਹਾ। ਫਿਰ ਇਹਨਾਂ ਨੇ ਸੋਚਿਆ ਆਪਾਂ ਯੂਪੀ ਦੇ ਕਿਸਾਨਾਂ 'ਤੇ ਹਮਲਾ ਕਰ ਦਈਏ। ਉੱਥੇ ਟਕੈਤ ਸਾਹਿਬ ਖੜ ਗਏ ਉੱਦਾਂ ਹੀ। ਤੇ ਉਹ ਕਹਿੰਦੇ ਮੈਂ ਇਹ ਸਿੱਖਾਂ ਨੂੰ ਮਰਨ ਨਹੀਂ ਦੇਣਾ ਜਿਹੜੇ ਮੇਰੇ ਨਾਲ ਸਟੇਜ ਤੇ ਖੜੇ ਨੇ, ਤੇ ਮੈਨੂੰ ਪਤਾ ਤੁਸੀਂ ਕੀ ਕਰੋਗੇ। ਉਹਦੇ 'ਚ ਫਿਰ ਇਹ ਫਾਦ ਗਏ। ਸੋ ਉਹ ਜਿਹੜਾ ਝੰਡੇ ਦਾ ਨਾਂ ਸੀ ਉਹਦੇ 'ਚ ਵੀ ਇਹ ਫਾਦ ਗਏ। ਸੋ ਇਹਨਾਂ ਦੀਆਂ ਹਰ ਵਕਤ ਦੀਆਂ ਕੋਸ਼ਿਸ਼ਾਂ, ਇਹ ਸਿੱਖ ਨੇ, ਖਾਲਿਸਤਾਨੀ ਨੇ, ਅੱਤਵਾਦੀ ਨੇ, ਐਕਸਟ੍ਰੀਮਿਸਟ ਨੇ, ਇਹ ਨਕਸਲਾਈਟ ਨੇ, ਅਰਬਨ ਨਕਸਲਾਈਟ ਨੇ, ਇਹ ਹੁਣ ਤਾਂ ਵਾਮਪੰਥੀ ਵੀ ਕਹਿਣ ਲੱਗ ਗਿਆ। ਇਹ ਜਿਹੜੇ ਗਰੇਵਾਲ ਸਾਹਿਬ ਨੇ ਨਾ, ਇਹ ਤਾਂ ਵਾਮਪੰਥੀ ਕਹਿਣ ਲੱਗੇ ਵੀ ਵਾਮਪੰਥੀ। ਉਹ ਭਾਈ ਵਾਮਪੰਥੀ ਦੀ ਸਰਕਾਰ ਹੈ ਕੇਰਲਾ 'ਚ, ਤੁਸੀਂ ਤੁਸੀਂ ਵਾਮਪੰਥੀ ਨੂੰ ਕਿਵੇਂ? ਇਹਦਾ ਮਤਲਬ ਫਿਰ ਤਾਂ ਜੋ ਮਰਜ਼ੀ ਕਹੀ ਜਾਓ ਤੁਸੀਂ, ਆਪ ਇਹ ਅੱਤਵਾਦੀ ਨੇ। ਸੋ ਹੁਣ ਜਿਹੜੇ ਇਹਨਾਂ ਦੇ ਲੀਡਰ ਬੋਲਦੇ ਨੇ 2-4 ਨਾ, ਇਹਨਾਂ ਲੀਡਰਾਂ ਨੂੰ ਐਂ ਲੱਗਦਾ ਹੈ ਵੀ ਅੱਧੀ ਤਾਂ ਬੀਜੇਪੀ ਪਾਰਟੀ ਪਈ ਹੈ ਪੰਜਾਬ ਦੀ, ਆਪਾਂ ਨੂੰ ਪਤਾ ਹੀ ਹੈ। ਕੁਛ ਤਾਂ ਛੱਡ ਕੇ ਚਲੀ ਗਏ, ਅਕਾਲੀ ਦਲ ਚਲਾ ਗਿਆ ਇਹਨਾਂ ਦਾ ਐਡਾ ਵੱਡਾ ਮੰਤਰੀ। ਮੋਹਨ ਲਾਲ ਜੀ ਵੀ ਇੰਨਾ ਬੋਲਦੇ ਨੇ। ਸੋ ਇਹਨਾਂ ਜੇ ਨੂੰ ਐਂ ਲੱਗਣ ਲੱਗ ਗਿਆ, ਗਰੇਵਾਲ ਸਾਹਿਬ ਨੂੰ ਲੱਗਣ ਲੱਗ ਗਿਆ ਵੀ ਮੈਂ ਤਾਂ ਅਗਲਾ CM ਆ ਪੰਜਾਬ ਦਾ, ਬੀਜੇਪੀ ਦਾ। ਉਹਨਾਂ ਨੂੰ ਇਹ ਇਹਨਾਂ ਦੇ ਹੋਰ 1-2 ਬੋਲਦੇ ਨੇ, ਉਹਨਾਂ ਨੂੰ ਲੱਗਣ ਲੱਗ ਗਿਆ ਵੀ ਅਸੀਂ ਸ਼ਾਇਦ ਡਿਪਟੀ CM ਬਣ ਜਾਈਏ। ਉਹ ਜਿਹੜਾ ਜ਼ਿਆਦਾ ਬਾਬਰ ਕੇ ਬੋਲਦੇ ਨੇ। ਔਰ ਜਦ ਇਹਨਾਂ ਦੇ ਪਿੱਛੇ ਤੁਸੀਂ ਸ਼ਾਇਦ ਦੇਖਿਆ ਹੋਵੇ ਉਹ ਵੀਡੀਓ ਜ਼ਰੂਰ, ਇੱਕ ਇਕੱਲੇ ਲੜਕੇ ਨੇ, ਛੋਟੀ ਜਿਹੀ, 18-20 ਸਾਲ ਦਾ ਸੀ, ਉਹਨੇ ਇਕੱਲੇ ਨੇ ਗਰੇਵਾਲ ਨੂੰ ਭਜਾ ਰੱਖਿਆ ਸੀ। ਪਤਾ ਨਹੀਂ ਲੱਗਿਆ ਗਰੇਵਾਲ ਕਿੱਧਰ ਨੂੰ ਚਲਾ ਗਿਆ। ਗੱਡੀ ਇਹਦੇ ਨਾਲ ਹੈ, ਸਿਕਿਉਰਿਟੀ ਨਾਲ ਹੈ। ਇਹਨੂੰ ਪੁੱਛੋ ਵੀ ਤੂੰ ਲੋਕਾਂ ਨੂੰ ਇਹ ਵੰਡ ਕੇ ਤੂੰ ਲੋਕਾਂ ਦੇ ਪੁੱਤ ਮਰਵਾਉਣਾ ਚਾਹੁੰਦਾ, ਜਿਹੜਾ ਇੱਕ ਬੰਦੇ ਤੋਂ ਤੇਰੇ ਨਾਲ ਸਿਕਿਉਰਿਟੀ ਹੈ, ਤੇਰੇ ਕੋਲ ਗੱਡੀ ਹੈ, ਤੂੰ ਗਲੀਆਂ 'ਚ ਘੁੰਮਣ ਲੱਗ ਗਿਆ, ਲੁਕਣ ਲੱਗ ਗਿਆ। ਹਾਂ, ਬਿਲਕੁਲ। ਤੇ ਇਹ ਤਾਂ ਸਭ ਨੇ ਦੇਖਿਆ ਨਾ ਵੀਡੀਓ, ਕੱਲਾ ਮੁੰਡਾ ਸੀ ਉਹ। ਔਰ ਉਹਨੇ ਵੀ ਕੋਈ ਪਲਾਨ ਕਰਕੇ ਨਹੀਂ ਆਇਆ ਸੀ, ਉਹਨੇ ਅਚਾਨਕ ਦੇਖ ਲਿਆ ਵੀ ਜਾ ਰਿਹਾ। ਸੋ ਮੈਂ ਤਾਂ ਕਹਿਣਾ ਵੀ ਇਹ ਗਰੇਵਾਲ ਸਾਹਿਬ ਵਰਗੇ ਜਿਹੜੇ ਬੰਦੇ ਨੇ ਨਾ, ਇਹਨਾਂ ਨੇ ਪਹਿਲਾਂ 84 'ਚ ਵੀ ਇਹੋ ਜਿਹੇ ਬੰਦਿਆਂ ਨਹੀਂ ਬੰਦੇ ਮਰਵਾਏ। ਮੈਂ ਗੁਰਦਾਸਪੁਰ ਸੀਗਾ, ਮੈਂ ਉੱਥੇ ਦੇਖੇ ਨੇ RSS ਦੇ ਕਹਿਣ, ਉਹ ਐਵੇਂ ਕੱਟੇ ਜਿਹੇ ਫੜਾ ਦਿਆ ਕਰਨ। ਮੈਂ ਕਿਹਾ ਯਾਰ ਉਹਨਾਂ ਕੋਲ AK-47 ਆ, ਤੁਹਾਡੇ ਆ ਕੱਟੇ ਜਿਹੇ ਕੀ ਕਰਨਗੇ? ਮੈਂ ਕਈ ਵਾਰੀ ਕਿਹਾ ਇਹਨਾਂ ਨੂੰ ਵੀ ਇਹੋ ਜਿਹੇ ਉੱਥੇ ਵੰਡਣ ਪਰਚੇ, ਸਿੱਖਾਂ ਦੇ ਉਲਟ ਬੜਾ ਕੁਛ ਕਰਦੇ ਸੀ। ਸੋ ਇਹਨਾਂ ਨੇ ਪਹਿਲਾਂ ਵੀ ਮਰਵਾਇਆ ਲੋਕਾਂ ਨੂੰ, ਹੁਣ ਵੀ ਮਰਵਾਉਣਾ ਚਾਹੁੰਦੇ ਨੇ। ਆਪਾਂ ਜਿਹੜੇ ਲੋਕ ਆ, ਜਿੰਨੇ ਪੰਜਾਬ ਨੂੰ ਪਿਆਰ ਕਰਨ ਵਾਲੇ ਨੇ, ਆਪਣਾ ਫਰਜ਼ ਬਣਦਾ ਹੈ ਵੀ ਅੱਜ ਅਸੀਂ ਇਹ ਹਿੰਦੂ, ਸਿੱਖ, ਮੁਸਲਮਾਨ, ਈਸਾਈ ਦੇ ਨਾਂ ਤੇ ਪੈਣ ਦੀ ਬਜਾਏ, ਸੱਚ ਇਹ ਹੈ ਕਿ ਸਾਰੇ ਇਨਸਾਨ, ਚਾਹੇ ਹਿੰਦੂ ਹੈ, ਚਾਹੇ ਸਿੱਖ ਹੈ, ਚਾਹੇ ਮੁਸਲਮਾਨ ਹੈ, ਚਾਹੇ ਈਸਾਈ ਹੈ, ਚਾਹੇ BJP ਦਾ, ਚਾਹੇ ਅਕਾਲੀਆਂ ਦਾ, ਚਾਹੇ ਕਮਿਊਨਿਸਟਾਂ ਦਾ, ਸਾਰੇ ਭੁੱਖੇ ਮਰਨਗੇ ਜਿਨ੍ਹਾਂ ਕੋਲ ਪੈਸਾ ਨਹੀਂ ਹੈਗਾ। ਜਿਨ੍ਹਾਂ ਕੋਲ ਪੈਸਾ ਹੈ ਉਹ ਸਾਰੀਆਂ ਜ਼ਮੀਨਾਂ ਉਹਨਾਂ ਕੋਲ ਚਲੀ ਜਾਣਗੀਆਂ। ਸਾਨੂੰ ਪੈਸੇ ਵਾਲੇ ਇੱਕ ਪਾਸੇ ਹੋਣਗੇ, ਇਹ ਤਕੜੇ ਜਿਹੜੇ ਧਨਾੜ ਨੇ, ਤੇ ਜਿਹੜੇ ਦੂਜੇ ਨੇ ਲੁੱਟੇ ਜਾ ਰਹੇ ਨੇ ਉਹ ਇੱਕ ਪਾਸੇ ਹੋਣਗੇ। ਇਸ ਤਰ੍ਹਾਂ ਦੀ ਕਿਸਾਨੀ ਅੰਦੋਲਨ 'ਚੋਂ ਗੱਲ ਉੱਭਰ ਰਹੀ ਹੈ, ਕਿਉਂਕਿ ਕਿਸਾਨ ਤਾਂ ਸਾਰੇ ਗਰੀਬ ਹੀ ਨੇ ਨਾ। ਸੋ ਕਿਸਾਨੀ ਅੰਦੋਲਨ ਨੇ ਇਕੱਠਾ ਕਰਿਆ ਸਾਨੂੰ ਇਸ ਪਾਸੇ। ਬਿਲਕੁਲ ਜਿਹੜਾ ਇਹ ਸਹੀ ਕਿਹਾ ਤੁਸੀਂ, ਲੋਕਾਂ ਨੂੰ ਵੰਡਣਾ ਚਾਹੁੰਦੇ ਨੇ, ਮਰਵਾਉਣਾ ਚਾਹੁੰਦੇ ਨੇ, ਭਰਾ ਮਾਰ ਜੰਗ ਕਰਨਾ ਚਾਹੁੰਦੇ ਨੇ। ਕਿਉਂ ਕਰਾਉਣਾ ਚਾਹੁੰਦੇ ਨੇ? ਕਿਉਂਕਿ ਸਾਰੇ ਦੇਸ਼ ਨੂੰ ਅਜੇ ਹੋਰ ਜੋ ਕੁਝ ਹੈ ਇੱਥੇ ਉਹ ਵੇਚਣਾ ਚਾਹੁੰਦੇ ਨੇ। ਬਿਲਕੁਲ। ਡਾਕਟਰ ਸਾਹਿਬ, ਲੜਾਈ ਲੜਦਾ ਕਿ ਤੁਸੀਂ ਵੀ ਇਹ ਗੱਲਾਂ ਕਹੀਆਂ ਕਿ ਸਰਕਾਰ ਦੇਸ਼ ਵੇਚ ਰਹੀ ਹੈ। ਅੱਜ ਜਦੋਂ ਮੈਂ ਨਿਊਜ਼ਪੇਪਰ ਪੜ੍ਹ ਰਿਹਾ ਸੀ, ਅਖਬਾਰ ਪੜ੍ਹ ਰਿਹਾ ਸੀ, ਤਾਂ ਉਹਦੇ 'ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਹ ਇਹ ਗੱਲ ਬੜੀ ਵਧਾ ਚੜਾ ਕੇ ਇੱਕ ਅਹਿਮ ਕਦਮ ਦੱਸਿਆ ਗਿਆ ਸੀ ਇਸ ਨੂੰ ਕਿ ਕਾਰਪੋਰੇਟ ਦੇ ਵਿੱਚ ਇਨਵੈਸਟ ਕਰਨਾ। ਤਾਂ ਇੱਕ ਬੜਾ ਚੰਗਾ ਇਹ ਇਹਨਾਂ ਨੇ ਨਿਵੇਕਲਾ ਕਦਮ ਦੱਸਿਆ ਇਸ ਕਦਮ ਲੈ ਕੇ, ਤੇ ਉਹਨਾਂ ਨੇ ਕਿਹਾ ਕਿ ਇਹੋ ਜਿਹੇ ਦਲੇਰ ਫੈਸਲਿਆਂ ਦੀ ਲੋੜ ਵੀ ਹੈ। ਜਦੋਂ ਦੇਸ਼ ਦੇ ਵਿੱਚ ਕਾਰਪੋਰੇਟ ਦੇ ਵਿਰੋਧ ਦੇ ਵਿੱਚ ਐਡਾ ਵੱਡਾ ਅੰਦੋਲਨ ਖੜਾ ਹੋਇਆ, ਹਰ ਸੈਕਟਰ ਦੇ ਉੱਤੇ ਮਾਰ ਪਈ ਹੈ ਪ੍ਰਾਈਵੇਟਾਈਜੇਸ਼ਨ ਦੀ, ਤਾਂ ਫਿਰ ਜੋ ਪ੍ਰਧਾਨ ਮੰਤਰੀ, ਭਾਜਪਾ ਦੀ ਸਰਕਾਰ, BJP ਦੀ ਸਰਕਾਰ ਹੈ,
ਇਹ ਇਸੇ ਗੱਲ ਤੇ ਅੜੇ ਹੋਏ ਆ। ਇਹ ਕਿਉਂ ਨਹੀਂ ਸੋਚਦੇ ਕਿ ਦੇਸ਼ ਖਾਤਮੇ ਵੱਲ ਤੁਰ ਪਿਆ, ਅਸੀਂ ਇਸ ਹੁਣ ਕਦਮ ਤੋਂ ਪਿੱਛੇ ਹਟੀਏ? ਨਹੀਂ ਨਹੀਂ, ਇਹ ਕਿਉਂ ਸੋਚਣਗੇ? ਇਹਨਾਂ ਨੇ ਸੋਚਣਾ ਹੀ ਨਹੀਂ। ਇਹ ਤਾਂ ਜੇ ਤਾਂ ਦੇਸ਼ ਨੂੰ ਇਹ ਪਿਆਰ ਕਰਦੇ ਹੋਣ ਤਾਂ ਹੈ। ਇਹ ਤਾਂ ਅਬਾਨੀ ਅਡਾਨੀ ਦੇ ਨੇ। ਜਦ ਇਹ ਹੈ ਹੀ ਅਬਾਨੀ ਅਡਾਨੀ ਦੇ, ਤਾਂ ਉਸੇ ਨੂੰ ਪੇਸ਼ ਕਰਨਗੇ। ਇਹਨਾਂ ਨੇ ਨਵਾਂ ਹੀ ਟਰਮ ਲਿਆਂਦੀ, ਇੱਕ ਨਵਾਂ ਸ਼ਬਦ, ਕਿ ਜੀ ਅਸੀਂ ਨਾ ਇਹ ਮੋਨੀਟਾਈਜੇਸ਼ਨ ਕਰ ਰਹੇ ਹਾਂ, ਯਾਨੀ ਕਿ ਪੈਸਾ ਇਕੱਠਾ ਕਰ ਰਹੇ ਹਾਂ। ਉਹ ਜਿਵੇਂ ਕੋਈ ਨਾ ਜੱਟ ਦਾ ਜਵਾਕ ਉੱਠਦਾ ਹੈ, ਉਹ ਚੱਕ ਕੇ ਜ਼ਮੀਨ ਵੇਚ ਕੇ ਕਹੇ, ਦੇਖਿਆ ਅੱਗੇ ਆਪਣੇ ਘਰੇ ਪੈਸੇ ਨਹੀਂ ਸੀ, ਮੈਂ ਨੋਟ ਲਿਆ ਕੇ ਰੱਖਦੇ। ਉਹਨੇ ਪਤਾ ਨਹੀਂ ਵੀ ਪੁਸ਼ਤਾਂ ਵੇਚ ਲੀਆਂ, ਸਾਰੀਆਂ ਪੁਸ਼ਤਾਂ ਰੋਟੀ ਤੋਂ ਜਾਣਗੀਆਂ। ਅੱਗੇ ਇਸ ਦੇ ਸਹਾਰੇ ਰੋਟੀ ਚੱਲਦੀ ਸੀ, ਉਹਨੂੰ ਇਹ ਪਤਾ ਨਹੀਂ ਹੈ। ਉਹ ਲੋਕਾਂ ਨੂੰ ਦੇਖੋ ਜੀ, ਮੈਂ ਤਾਂ ਇੰਨੇ ਨੋਟ ਲਿਆ ਤੇ ਮੈਂ ਤਾਂ ਘਰ ਚਾਹ ਲਿਆ। ਤਾਂ ਮੋਦੀ ਸਾਹਿਬ ਸਾਰਾ ਕੁਝ ਵੇਚ ਰਹੇ ਨੇ। ਉਹ ਵੇਚਣ ਨੂੰ ਬੋਲਡ ਕਦਮ ਕਹਿ ਰਹੇ ਨੇ। ਬੋਲਡ ਕਿਉਂ ਕਰ ਰਹੇ ਨੇ? ਕਿਉਂਕਿ ਹੁਣ ਵਿਰੋਧ ਹੋ ਰਿਹਾ ਹੈ। ਉਹ ਕਹਿੰਦੇ ਮੈਂ ਬਹਾਦਰ ਹਾਂ। ਵੇਚਣ 'ਚ ਬਹਾਦਰੀ ਹੁੰਦੀ ਹੈ ਜਾਂ ਬਣਾਉਣ 'ਚ ਬਹਾਦਰੀ ਹੁੰਦੀ ਹੈ? ਕੋਈ ਬੰਦਾ ਦੱਸੇ ਆਮ ਬੰਦੇ ਨੂੰ। ਜੇ ਤਾਂ ਕਹਿੰਦੇ ਨੇ ਫਲਾਣਾ ਪੜ੍ਹਿਆ ਜੀ, ਫਲਾਣੇ ਨੇ PhD ਕਰੀ, ਮੈਂ ਕਹਿੰਦਾ ਆਮ ਬੰਦੇ ਨੂੰ ਪਤਾ ਹੈ ਵੀ ਵੇਚਣ 'ਚ ਬਹਾਦਰੀ ਨਹੀਂ ਹੁੰਦੀ। ਬਹਾਦਰੀ ਜਾਇਦਾਦ ਬਣਾਉਣ 'ਚ ਹੁੰਦੀ ਹੈ। ਇਹ ਵੇਚਣ 'ਚ ਬਹਾਦਰੀ ਕੱਢ ਰਹੇ ਨੇ। ਇੱਥੋਂ ਹੀ ਸਾਨੂੰ ਪਤਾ ਲੱਗ ਜਾਂਦਾ ਵੀ ਇਹਨਾਂ ਦੇ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ ਨੇ, ਹੈ। ਤੇ ਇਹ ਇਹਨਾਂ ਨੂੰ ਕਿੰਨਾ ਕੁ ਮਤਲਬ ਇਸ ਗੱਲ ਦੀ ਉਹ ਪਿਆਰ ਹੈ ਦੇਸ਼ ਨਾਲ, ਜਿਹੜਾ ਸੋ ਕਾਲਡ ਪਿਆਰ ਦੀ ਵੀ ਗੱਲ ਕਰਦੇ ਹਾਂ। ਉਹ ਪਿਆਰ, ਚਲੋ ਆਪਾਂ ਆਜ਼ਾਦੀ ਦੀ ਲੜਾਈ 'ਚ ਇਹਨਾਂ ਨੇ ਨਹੀਂ ਯੋਗਦਾਨ ਪਾਇਆ, ਉਹਦੀ ਗੱਲ ਨਾ ਵੀ ਕਰੀਏ। ਉਦੋਂ ਬਾਅਦ ਦੀ ਵੀ ਵਿਕਾਸ 'ਚ ਇਹਨਾਂ ਨੇ ਯੋਗਦਾਨ ਨਹੀਂ ਪਾਇਆ, ਨਾ ਵੀ ਕਰੀਏ। ਹੁਣ ਘੱਟੋ ਘੱਟ ਵੇਚਣ ਦੇ ਵਿੱਚ ਯੋਗਦਾਨ ਪਾ ਰਹੇ ਨੇ। ਉਹਨੂੰ ਤਾਂ ਪਛਾਣ ਲਈਏ ਵੀ ਇਹ ਤਾਂ ਆਹ ਕਰ ਰਹੇ ਨੇ। ਕਿਉਂਕਿ ਜਿਹੜੀ ਮਾਂ ਨੇ ਬੱਚਾ ਜੰਮਿਆ ਨਹੀਂ, ਉਹਨੂੰ ਬਚਾਉਣ ਦੀ ਉਹ ਕੋਸ਼ਿਸ਼ ਕਿਉਂ ਕਰੇਗੀ? ਸੋ ਮੋਦੀ ਸਾਹਿਬ ਅੱਜ ਦੇਸ਼ ਨੂੰ ਵੇਚਣ ਤੇ ਤੁਰੇ ਹੋਏ ਨੇ। ਵੇਚਣ ਨੂੰ ਉਹ ਕਹਿੰਦੇ ਨੇ ਵੀ ਮੈਂ ਪੈਸਾ ਇਕੱਠਾ ਕਰ ਰਿਹਾ। ਵੇਚਣ ਨੂੰ ਉਹ ਕਹਿ ਰਹੇ ਨੇ ਵੀ ਮੈਂ ਬੜੇ ਬਹਾਦਰ, ਬੜੇ ਦਲੇਰੀ ਵਾਲੇ ਕਦਮ ਲੈ ਰਿਹਾ। ਇਸ ਦਲੇਰੀ ਤੋਂ ਬਿਨਾਂ ਦੇਸ਼ ਦਾ, ਅੰਬਾਨੀ ਦੀ ਜਾਇਦਾਦ 7.5 ਲੱਖ ਕਰੋੜ ਦੀ ਹੈ। ਭਾਰਤ ਦੇ ਬਜਟ ਦਾ ਚੌਥਾ ਹਿੱਸਾ ਇਕੱਲੇ ਕੋਲ ਹੈ। 1002 ਕਰੋੜ ਰੋਜ਼ ਦੀ ਆਮਦਨ ਹੈ ਅਡਾਨੀ ਦੀ। ਅੰਬਾਨੀਆਂ ਨੂੰ ਤੇ ਅਡਾਨੀਆਂ ਨੂੰ ਇਹ ਹਰ ਚੀਜ਼ ਵੇਚੀ ਜਾ ਰਹੇ ਨੇ। ਬਾਕੀ ਵਿਦੇਸ਼ੀ ਕਾਰਪੋਰੇਟ ਬੜੇ ਖੁਸ਼ ਨੇ ਤੇ ਉਹ ਕਹਿੰਦੇ ਜੀ ਇਹ ਸੁਧਾਰ ਨੇ। ਇਹਨੂੰ ਸੁਧਾਰ ਦਾ ਨਾਂ ਦਿੱਤਾ ਹੋਇਆ ਕਿ ਮੈਂ ਤਾਂ ਸੁਧਾਰ ਕਰ ਰਿਹਾ, ਮੈਂ ਬੜੇ ਸਖਤ ਕਦਮ ਚੁੱਕ ਰਿਹਾ, ਮੈਂ ਬੜੇ ਦਲੇਰਾਨਾ ਕਦਮ ਚੁੱਕ ਰਿਹਾ। ਅਸਲ 'ਚ ਦਲੇਰੀ ਇਸ ਗੱਲ 'ਚ ਹੈ ਇਹਨਾਂ ਦੀ ਕਿ ਲੋਕਾਂ ਨੂੰ ਮਾਰੋ ਭੁੱਖੇ ਤੇ ਆਪਦੀ ਕਰੋ ਐਸ਼। ਜਿਹੜਾ ਮੋਦੀ ਸਾਹਿਬ ਆ, ਜਿਹੜਾ ਮੈਂ ਕਿਹਾ ਸੀ ਨਾ ਪਰਧਨ, ਇਹ ਪਰਧਨ ਦੇ ਉੱਤੇ 10 ਲੱਖ ਦਾ ਕੋਟ ਪਾਉਣ ਵਾਲੇ, 8,000 ਕਰੋੜ ਦੇ ਹਵਾਈ ਜਹਾਜ਼ 'ਚ ਚੜ੍ਹਨ ਵਾਲੇ, 25,000 ਕਰੋੜ ਦਾ ਘਰ ਬਣਾਉਣ ਵਾਲੇ, ਵਿਸਤਾ ਪਾਰਲੀਮੈਂਟ ਹਾਊਸ ਫਲਾਣਾ ਕਹਿ ਕੇ, ਉਹ ਮੈਨੂੰ ਲੱਗਦਾ ਨਹੀਂ ਵੀ ਉਹ ਕੋਈ ਦਲੇਰੀ ਵਾਲਾ ਕਦਮ ਲੈਂਦੇ ਹੋਣਗੇ ਜਾਂ ਕੋਈ ਦੇਸ਼ ਦੇ ਭਲੇ ਦਾ ਕਦਮ ਲੈਂਦੇ ਹੋਣਗੇ। ਉਹ ਤਾਂ ਲਾਸ਼ਾਂ ਤੇ ਰਾਜ ਕਰਦੇ ਨੇ। ਜਿੱਦਾਂ ਗੋਧਰਾ ਆਪਣਾ ਉੱਥੇ ਹੁੰਦਾ ਹੈ JNK 'ਚ, ਪਾਕਿਸਤਾਨ ਦੇ ਨਾਲ ਹੁੰਦਾ ਹੈ, ਤੇ ਉਦੇ ਵੀ ਇਹ ਲਾਸ਼ਾਂ ਤੇ ਰਾਜ ਕਰਦੇ ਨੇ ਕਿ ਅਸੀਂ ਹਮਲਾ ਕਰਤਾ, ਘੁਸ ਕੇ ਹਮਲਾ ਕਰ ਲਿਆ। ਤੇ ਜਿੱਦਾਂ ਗੋਧਰਾ ਕਰਦੇ ਨੇ ਉਦੇ ਕਹਿੰਦੇ ਅਸੀਂ ਮੁਸਲਮਾਨਾਂ ਨੂੰ ਮਾਰਦਾ ਤਾਂ ਹੋ ਗਿਆ। ਜਿੱਦੇ 84 ਹੁੰਦੀ ਹੈ ਤਾਂ ਇਹ ਖੁਸ਼ ਹੁੰਦੇ ਨੇ ਅਸੀਂ ਸਿੱਖਾਂ ਨੂੰ ਮਾਰਤਾ। ਕਦੇ ਬਾਬਰੀ ਮਸਜਿਦ ਢਾਹ ਕੇ ਖੁਸ਼ ਹੁੰਦੇ ਨੇ, ਕਦੇ ਇਹ ਸ਼ਹੀਨ ਬਾਗ ਦੇ ਵਿੱਚ ਗੋਲੀਆਂ ਚਲਵਾ ਕੇ, ਕਦੇ ਕੋਸ਼ਿਸ਼ ਕਰਦੇ ਨੇ। ਜਿੱਥੇ ਪਹਿਲੀ ਵਾਰੀ ਇਹ ਫੇਲ ਹੋਏ ਨੇ ਬੁਰੀ ਤਰ੍ਹਾਂ, ਉਹ ਹੋਇਆ ਸੀ ਜਦ ਟਕੈਤ ਸਾਹਿਬ ਦੀ ਸਟੇਜ 'ਤੇ ਆ ਕੇ ਉਹਨਾਂ ਨੇ ਆਖਿਆ ਸੀ ਦੇਸ਼ ਕੇ ਗਦਾरों को ਗੋਲੀ ਮਾਰੋ ਸਾਲੋं को। ਸੋ ਇਹਨਾਂ ਦਾ ਹੁਣ ਪਾਸਾ ਪੁੱਠਾ ਸ਼ੁਰੂ ਹੋ ਗਿਆ, ਗਿਣਤੀ ਇਹਨਾਂ ਦੀ ਉਲਟੀ ਸ਼ੁਰੂ ਹੋ ਗਈ। ਇਸ ਕਰਕੇ ਜ਼ਿਆਦਾ ਦਲੇਰੀ, ਕਿਉਂਕਿ ਅਜੇ ਮੰਨਣ ਨੂੰ ਤਿਆਰ ਨਹੀਂ। ਕਹਿੰਦੇ ਰੱਸੀ ਚੱਲ ਗਈ ਪਰ ਵੱਟ ਨਹੀਂ ਗਿਆ। ਅਜੇ ਵੱਟ ਗਿਆ ਨਹੀਂ ਇਹਨਾਂ ਦਾ, ਕਿਉਂਕਿ ਇਹਨਾਂ ਨੂੰ ਇਸ ਗੱਲ ਨਾਲ ਕੋਈ ਚਿੰਤਾ ਹੀ ਨਹੀਂ ਵੀ ਰੱਸੀ ਚੱਲ ਕਿਉਂ ਰਹੀ ਹੈ। ਡਾਕਟਰ ਸਾਹਿਬ ਇੱਕ ਗੱਲ ਸਮਝਾਇਓ। ਜੀ ਬੇਸ਼ੱਕ ਇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ, ਪਰ ਹੈਗੇ ਤਾਂ ਇੱਕ ਆਮ ਇਨਸਾਨ। ਜਦੋਂ ਉਹ ਲਾਸ਼ਾਂ ਦੇ ਉੱਤੇ ਸਿਆਸਤ ਕਰਦੇ ਨੇ, ਜਿਵੇਂ ਤੁਸੀਂ ਕਿਹਾ, ਕਿਸਾਨੀ ਅੰਦੋਲਨ ਦੇ ਵਿੱਚ ਕਿੰਨੇ ਕਿਸਾਨ ਸ਼ਹੀਦ ਹੋ ਗਏ, ਉਹ ਤੁਸੀਂ ਦੇਖੋ। ਤਾਂ ਫਿਰ ਜਦੋਂ ਮੈਂ ਕਿਹਾ ਕਿ ਜਿਵੇਂ ਇਨਸਾਨ ਨੇ, ਸੋਚਦੇ ਤਾਂ ਹੋਣਗੇ ਕਿ ਮੈਂ ਜੋ ਇਹ ਕਦਮ ਚੱਕ ਰਿਹਾ ਕਿ ਮੇਰੇ ਚੰਗੇ ਕਦਮ ਨੇ। ਜਦੋਂ ਇਕੱਲੇ ਬੈਠਦੇ ਹੋਣੇ ਕਿ ਜੋ ਮੈਂ ਇਹ ਕਰ ਰਿਹਾ ਕਿ ਇਹ ਠੀਕ ਹੈ, ਜਾਂ ਫਿਰ ਉਹਨਾਂ ਦੀ ਜਿੱਦ, ਉਹਨਾਂ ਦੀ ਆਤਮਾ ਦੀ ਆਵਾਜ਼ ਦੇ ਉੱਤੇ ਭਾਰੀ ਪੈ ਗਈ। ਮੈਂ ਤੁਹਾਨੂੰ ਇਹ ਸਵਾਲ ਇਸ ਕਰਕੇ ਕੀਤਾ ਕਿਉਂਕਿ ਤੁਸੀਂ ਪੇਸ਼ੇ ਵਜੋਂ ਡਾਕਟਰ ਵੀ ਹੈ, ਤੁਸੀਂ ਚੰਗੀ ਤਰ੍ਹਾਂ ਸਮਝਦੇ ਹੋ ਇਸ ਗੱਲ। ਦੇਖੋ, ਮਨ ਜਿਹਨੂੰ ਆਪਾਂ ਕਹਿੰਦੇ ਹਾਂ ਸਾਈਕੋਲੋਜੀ, ਮਨ ਧਕਾਰ ਪਾਉਂਦਾ ਹੈ। ਉਹ ਧਕਾਰ ਪਾਉਂਦਾ ਹੈ ਤੇ ਜਦੋਂ ਉਹਦੀ ਘੜੀ ਨੂੰ ਆਪਾਂ ਉਲਟਾ ਗੇੜਾ ਦੇਈ ਜਾਈਏ, ਉਹ ਧਕਾਰ ਨੂੰ ਮੰਨਣੋਂ ਹਟ ਜਾਈਏ, ਫਿਰ ਉਹ ਹਟ ਜਾਂਦਾ ਪਾਉਣੋਂ। ਹਿਟਲਰ ਨਾਲ ਵੀ ਇਹੀ ਹੋਇਆ ਸੀ, ਮੁਸੋਲਿਨੀ ਨਾਲ ਵੀ ਇਹੀ ਹੋਇਆ ਸੀ। ਸਾਡੇ ਮੋਦੀ ਸਾਹਿਬ ਵੀ ਕੁਛ ਇਹੋ ਜਿਹੀ ਕਰ ਰਹੇ ਨੇ। ਵੈਸੇ ਹਰਨਾਕਸ਼ ਨੇ ਵੀ ਇਹੀ ਕੁਛ ਕਰਿਆ ਸੀ, ਤੇ ਜਿਹੜਾ ਸੀ ਆਪਣਾ ਕੌਰੂ ਪਾਤਸ਼ਾਹ, ਉਹਨੇ ਵੀ ਇਹੋ ਕੁਛ ਕਰਿਆ ਸੀ। ਦੁਰਯੋਧਨ ਨੇ ਵੀ ਇਹੋ ਕੁਛ ਕਰਿਆ ਸੀ। 18 ਕੂਣੀ ਸੈਨਾ ਖਤਮ ਕਰਾ ਲਈ ਸੀ। ਸੋ ਮੈਨੂੰ ਐਂ ਲੱਗਦਾ ਹੈ ਵੀ ਇਹ ਜਿਹੜੇ ਕੰਸ ਨੇ ਵੀ ਇਹੀ ਕੁਛ ਕਰਿਆ ਸੀ। ਕੰਸ ਨੂੰ ਵੀ ਭੁਲੇਖਾ ਸੀ ਵੀ ਮੈਨੂੰ ਕੋਈ ਮਾਰ ਨਹੀਂ ਸਕਦਾ। ਸੋ ਇਹ ਸਾਡੇ ਮੋਦੀ ਸਾਹਿਬ ਵੀ ਉਸੇ ਉਸ 'ਚ ਨੇ ਜਦ ਉਹਦੀ ਆਤਮਾ ਮਰ ਜਾਂਦੀ ਹੈ। ਅਸਲ 'ਚ ਜਿਹੜਾ ਤੁਸੀਂ ਕਿਹਾ ਠੀਕ ਕਿਹਾ, ਪਰ ਉਹ ਕਦ ਹੁੰਦਾ ਹੈ?
ਸੋਚਣ ਦਾ ਬੈਠ ਕੇ, ਜਦੋਂ ਬੰਦਾ ਸੱਚੀ ਮੁੱਚੀ ਉਹਦੀ ਆਤਮਾ ਜਾਗਦੀ ਹੋਵੇ। ਕਿਉਂਕਿ ਜਿਹੜਾ ਮਨ ਹੈ ਆਤਮਾ ਦਾ ਹਿੱਸਾ ਹੈ। ਜੇ ਉਹ ਆਤਮਾ ਹੀ ਮਰ ਚੁੱਕੀ ਹੈ, ਫਿਰ ਉਹ ਜੋ ਮਰਜੀ, ਫਿਰ ਤਾਂ ਉਹ ਪੁੱਤਲਾ ਹੈ। ਪੁੱਤਲਾ ਤੁਰਿਆ ਫਿਰ ਤਾਂ ਮੋਦੀ ਸਾਹਿਬ ਇੱਕ ਪੁੱਤਲਾ ਨੇ। ਮੋਦੀ ਸਾਹਿਬ ਦੀ ਆਤਮਾ ਹੁੰਦੀ ਤਾਂ ਸੱਚੀ ਮੁੱਚੀ ਇਸ ਗੱਲ ਦੇ ਉੱਤੇ ਮੈਂ ਕਹਿਣਾ, ਮੈਂ ਐਜ਼ ਏ ਟੀਚਰ, ਜਿਵੇਂ ਤੁਸੀਂ ਪੁੱਛਿਆ, ਐਜ਼ ਏ ਡਾਕਟਰ, ਐਜ਼ ਏ ਮੈਡੀਕਲ ਕਾਲਜ ਦੇ ਪ੍ਰੋਫੈਸਰ, ਮੈਨੂੰ ਜਿੰਨਾ ਮਰਜ਼ੀ ਕਿਸੇ ਨੇ ਕੁਝ ਕਹਿ ਵੀ ਦਿੱਤਾ ਹੋਵੇ, ਨਜਾਇਜ਼ ਵੀ ਕਹਿ ਦਿੱਤਾ ਹੋਵੇ, ਇਹ ਨਹੀਂ ਹੋ ਸਕਦਾ ਮੈਂ ਮਰੀਜ਼ ਦਾ ਇਲਾਜ ਨਾ ਕਰਾਂ ਜਾਂ ਬੱਚੇ ਨੂੰ ਨਾ ਪੜ੍ਹਾਵਾਂ। ਕਿਉਂਕਿ ਉਹ ਗਲਤੀ ਕਰ ਗਏ, ਫਿਰ ਕੀ ਹੋ ਗਿਆ? ਬੰਦੇ ਨੂੰ ਥੋੜਾ ਰੋਜ਼ ਹੀ ਲੋਕ ਰੱਬ ਨੂੰ ਗਾਲਾਂ ਕੱਢੀ ਜਾਂਦੇ ਨੇ, ਫਿਰ ਕਿਹੜਾ ਰੱਬ ਲੋਕਾਂ ਨੂੰ ਮਾਰ ਦਿੰਦਾ? ਸੋ ਇਸ ਕਰਕੇ ਜਿਹੜਾ ਇਹ ਮੋਦੀ ਸਾਹਿਬ ਦਾ ਵਰਤਾਂਤ ਸਿਰਜਣਾ ਹੈ, ਨਵਾਂ ਵਰਤਾਂਤ, ਇਹ ਆਪਦੇ ਆਪ ਨੂੰ ਰੱਬ ਕਹਾਉਣਾ ਚਾਹੁੰਦੇ ਨੇ। ਉਹ ਕੰਸ ਨੇ ਵੀ ਕੋਸ਼ਿਸ਼ ਕਰੀ ਸੀ, ਉਹ ਹਰਨਾਕਸ਼ ਨੇ ਵੀ ਕੋਸ਼ਿਸ਼ ਕਰੀ ਸੀ, ਉਹ ਕੌਰੂ ਨੇ ਵੀ ਕੋਸ਼ਿਸ਼ ਕਰੀ ਸੀ, ਉਹ ਇਹ ਵੀ ਕੋਸ਼ਿਸ਼ ਕਰ ਰਹੇ ਨੇ। ਉਹ ਸਾਰੇ ਹੀ ਚਲੇ ਗਏ, ਤੇ ਜਿਹੜੇ ਉਹਨਾਂ ਦਾ ਵਿਰੋਧ ਕਰਨ ਵਾਲੇ ਧਰੂ ਪ੍ਰਹਲਾਦ ਸੀਗੇ, ਪ੍ਰਹਲਾਦ ਹੋਣੀ ਅੱਜ ਵੀ ਜਿਉਂਦੇ ਨੇ, ਤੇ ਪ੍ਰਹਲਾਦ ਜਿਉਂਦੇ ਰਹਿਣਗੇ। ਹਰਨਾਕਸ਼ ਜਾਣਗੇ, ਤੇ ਉਹਨਾਂ ਦੀ ਗੱਤ ਉਹ ਹੋਏਗੀ ਜਿਹੋ ਜੀ ਹਿਟਲਰ ਦੀ ਹੋਈ ਸੀ। ਡਾਕਟਰ ਸਾਹਿਬ ਜੀ ਬਿਲਕੁਲ, ਤੁਸੀਂ ਦੇਖੋ ਕਿ ਵੀ ਇੱਕ ਤਾਂ ਹੁੰਦੀ ਹੈ ਦੁਨੀਆਦਾਰੀ, ਇੱਕ ਹੁੰਦਾ ਵੀ ਤੁਸੀਂ ਕੁਦਰਤ ਦੇ ਨਿਯਮਾਂ ਦੇ ਖਿਲਾਫ। ਜੇਕਰ ਜੀ ਤੁਸੀਂ ਦੁਨੀਆਦਾਰੀ ਦੇ ਵਿੱਚ ਵਿਚਰ ਰਹੇ ਹੋ ਤੇ ਉਹ ਕੁਛ ਕਰ ਰਹੇ ਹੋ ਜੋ ਕੁਛ ਅੱਜ ਬੀਜੇਪੀ ਲੋਕਾਂ ਦੇ ਪਿੰਡੇ ਤੇ ਇਹ ਜ਼ਖਮ ਦੇ ਰਹੀ ਹੈ। ਇੱਕ ਹੁੰਦਾ ਕੁਦਰਤ ਦੇ ਅਸੂਲਾਂ ਦੇ ਖਿਲਾਫ ਜਾਣਾ। ਜੇਕਰ ਤੁਸੀਂ ਕੁਦਰਤ ਦੇ ਅਸੂਲਾਂ ਦੇ ਖਿਲਾਫ ਜਾਓਗੇ ਤਾਂ ਫਿਰ ਜੋ ਇਹ ਲੋਕ ਨੇ, ਇਕੱਲੇ ਮੈਂ ਕਿਸੇ ਪਾਰਟੀਕੂਲਰ ਇੱਕ ਵਿਅਕਤੀ ਦੀ ਗੱਲ ਨਹੀਂ ਕਰਦਾ, ਜੋ ਤਮਾਮ ਸਿਆਸਤ ਨਾਲ ਸੰਬੰਧਿਤ ਲੋਕ ਨੇ, ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਲਾਸ਼ਾਂ ਤੇ ਸਿਆਸਤ ਕਰਦੇ ਨੇ, ਬਿਲਕੁਲ ਹੁੰਦੀ ਹੈ। ਤਾਂ ਜਦੋਂ ਤੁਸੀਂ ਕੁਦਰਤ ਦੇ ਅਸੂਲਾਂ ਦੇ ਉਲਟ ਜਾ ਕੇ ਇਹੋ ਕਰੋਗੇ ਤਾਂ ਫਿਰ ਹਸ਼ਰ ਕੀ ਹੋਊਗਾ ਇਹੋ ਜਿਹੇ ਲੋਕਾਂ ਦਾ? ਦੇਖੋ, ਗੱਲ ਇਹ ਹੈ, ਬਿਲਕੁਲ ਸਹੀ ਕਿਹਾ ਤੁਸੀਂ। ਅਸੀਂ ਕਿਸੇ ਪਾਰਟੀ ਦੀ ਗੱਲ ਨਹੀਂ ਕਰਦੇ, ਤਾਂ ਬੀਜੇਪੀ ਦੀ ਤਾਂ ਆ ਰਹੀ ਹੈ ਕਿਉਂਕਿ ਬੀਜੇਪੀ ਰਾਜ ਕਰ ਰਹੀ ਹੈ। ਜੇ ਬੀਜੇਪੀ ਦੀ ਥਾਂ ਤੇ, ਜਿਵੇਂ ਪੰਜਾਬ 'ਚ ਅਸੀਂ ਗੱਲ ਕਰਾਂਗੇ, ਪੰਜਾਬ 'ਚ ਕਦੇ ਅਸੀਂ ਬੀਜੇਪੀ ਦੀ ਬਹੁਤੀ ਗੱਲ ਹੀ ਨਹੀਂ ਕਰਦੇ। ਪੰਜਾਬ 'ਚ ਅਸੀਂ ਕਾਂਗਰਸ ਸਰਕਾਰ, ਕਿਉਂਕਿ ਸਰਕਾਰ ਕਾਂਗਰਸੀ ਹੈ। ਸੋ ਜਿਹੜੀਆਂ ਇਹ ਸਰਕਾਰਾਂ ਨੇ, ਜਿਹੜਾ ਅੱਜ ਸਾਡਾ ਸਿਆਸਤਦਾਨ ਹੈ, ਬਿਲਕੁਲ ਸਹੀ ਕਿਹਾ ਤੁਸੀਂ, ਉਹ ਕੁਦਰਤ ਦੇ ਅਸੂਲਾਂ ਦੇ ਉਲਟ ਜਾ ਕੇ ਕੰਮ ਕਰਦਾ। ਉਹ ਕਹਿੰਦਾ ਮੈਂ ਕੁਦਰਤ ਤੋਂ ਉੱਪਰ ਹੋ ਗਿਆ, ਇਸ ਕਰਕੇ ਉਹ ਇਕੱਠਾ ਕਰ ਰਿਹਾ ਧਨ, ਜਦ ਕਿ ਧਨ ਨਾਲ ਨਹੀਂ ਲੈ ਕੇ ਜਾਣਾ, ਕਿਸੇ ਨੇ ਨਹੀਂ ਨਾਲ ਲੈ ਜਾਣਾ, ਉਰੀ ਸਭ ਛੱਡ ਜਾਣਾ ਹੈ, ਤੇ ਖਾਲੀ ਹੱਥ ਹੀ ਜਾਣਾ ਹੈ। ਤੇ ਉਹਦੇ ਵਿੱਚ ਜਿਹੜਾ ਇਹਨਾਂ ਨੇ ਦੋਹਨ ਕਰਨਾ ਸ਼ੁਰੂ ਕਰਤਾ ਕੁਦਰਤ ਦਾ, ਕੁਦਰਤ ਆਪਦਾ ਰੌਦਰ ਰੂਪ ਦਿਖਾਉਂਦੀ ਹੈ। ਉਹਨੇ ਉੱਤਰਾਖੰਡ ਦੇ ਵਿੱਚ ਜਦੋਂ ਘਟਨਾ ਹੋਈ ਹੈ ਮੰਦਿਰ ਦੀ, ਤੇ ਉਹਨੂੰ ਦਿਖਾਤਾ ਕੁਦਰਤ ਨੇ ਆਪਣਾ ਰੌਦਰ ਰੂਪ। ਜਿਹੜੀਆਂ ਰੋਜ਼ ਮੌਸਮ ਬਦਲ ਰਹੇ ਨੇ, ਕਦੇ ਬਾਰਿਸ਼ ਜ਼ਿਆਦਾ ਹੋ ਗਈ, ਐਤਕੀ ਤੁਸੀਂ ਦੇਖੋ ਹੁਣ ਤੱਕ ਬਾਰਿਸ਼ ਪੈਂਦੀ ਰਹੀ ਹੈ। ਇਹ ਜਿਹੜਾ ਇਹ ਕੁਦਰਤ ਆਪਦਾ ਰੌਦਰ ਰੂਪ ਦਿਖਾ ਰਹੀ ਹੈ। ਧਰਤੀ ਤੇ ਗਰਮੀ ਵੱਧ ਰਹੀ ਹੈ, ਗਲੇਸ਼ੀਅਰ ਪਿਘਲ ਰਹੇ ਨੇ, ਪਾਣੀ ਖਤਮ ਹੋ ਰਿਹਾ ਹੈ, ਗਲੇਸ਼ੀਅਰਾਂ, ਦਰਿਆ ਸੁੱਕ ਜਾਣੇ ਨੇ। ਪਹਿਲਾਂ ਸਰਸਵਤੀ ਨਦੀ ਜਿਹਨੂੰ ਕਹਿੰਦੇ ਨੇ ਸੁੱਕੀ ਹੋਈ ਹੈ ਨਾ, ਜਾਂ ਛੋਟੀ ਮੋਟੀ ਰਹਿ ਗਈ ਹੋਣੀ ਆ, ਕਿਤੇ ਥੱਲੇ ਦਬ ਗਈ ਹੋਣੀ ਆ, ਜੇ ਐਂ ਵੀ ਹੈ, ਜਿਹਨੂੰ ਖੋਜ ਰਹੇ ਨੇ ਇਹ ਹਰਿਆਣੇ ਵਾਲੇ। ਸੋ ਇਹ ਦਰਿਆ ਸੁੱਕ ਰਹੇ ਨੇ, ਗੰਗਾ ਨੇ ਵੀ ਸੁੱਕ ਜਾਣਾ ਹੈ, ਸਤਲੁਜ ਨੇ ਸੁੱਕ ਜਾਣਾ ਹੈ, ਸਿੰਧ ਦਰਿਆ ਨੇ ਸੁੱਕ ਜਾਣਾ ਹੈ, ਕਿਉਂਕਿ ਇਹਨਾਂ ਦੇ ਗਲੇਸ਼ੀਅਰ ਪਿਘਲ ਰਹੇ ਨੇ, ਬਹੁਤ ਪਿੱਛੇ ਜਾ ਰਹੇ ਨੇ, ਮੀਲਾਂ ਪਿੱਛੇ ਜਾ ਰਹੇ ਨੇ। ਸੋ ਇਹ ਜਿਹੜਾ ਕੁਦਰਤ ਦੇ ਨਾਲ ਆਡਾ ਲਾਇਆ ਮਨੁੱਖ ਨੇ, ਉਹਨੂੰ ਸਿੱਧਾ ਕਰਨ ਵਾਸਤੇ ਦੁਨੀਆ ਦੇ ਵਿੱਚ, ਪੈਰਿਸ ਦੇ ਵਿੱਚ, ਪੈਰਿਸ ਪ੍ਰੋਟੋਕੋਲ ਕਹਿੰਦੇ ਨੇ, ਕੁਇਟੋ ਪ੍ਰੋਟੋਕੋਲ, ਪੈਰਿਸ ਦੇ ਵਿੱਚ ਸੰਧੀ ਹੋਈ, ਰਿਓ ਡੀ ਜਨੇਰੋ ਦੇ ਵਿੱਚ ਸੰਮੇਲਨ ਹੋਇਆ, ਉਦੋਂ ਪਹਿਲਾਂ ਹੋਇਆ। ਇਹਨਾਂ ਸੰਮੇਲਨਾਂ 'ਚ ਕੋਸ਼ਿਸ਼ ਕਰੀ ਜਾ ਰਹੀ ਹੈ। ਪਹਿਲਾਂ ਅਮਰੀਕਾ ਅੜੀਅਲ ਹੋਇਆ, ਹਾਲਾਂਕਿ ਭਾਰਤ ਉਹਦੇ ਵਿੱਚ ਕਾਫੀ ਪੋਜ਼ੀਟਿਵ ਰੋਲ ਪਲੇ ਕਰ ਰਿਹਾ ਹੈ, ਪਰ ਉੱਥੇ ਕਾਗਜ਼ਾਂ 'ਚੋਂ ਪੋਜ਼ੀਟਿਵ ਕਰ ਰਿਹਾ ਹੈ। ਪ੍ਰੈਕਟੀਕਲ ਦੇ ਵਿੱਚ ਭਾਰਤ ਵੀ ਕੁਦਰਤ ਦਾ ਜਿਹੜਾ ਨਿਯਮ ਹੈ, ਕੁਦਰਤ ਦੇ ਜਿਹੜੇ ਸਰੋਤ ਨੇ, ਉਹਨਾਂ ਦਾ ਦੋਹਨ ਕਰ ਰਿਹਾ, ਚਾਹੇ ਉਹ ਜੰਗਲ ਨੇ, ਚਾਹੇ ਉਹ ਸਮੁੰਦਰ ਹੈ, ਚਾਹੇ ਉਹ ਧਰਤੀ ਹੈ, ਚਾਹੇ ਉਹ ਦਰਿਆ ਨੇ। ਸੋ ਜਦ ਤੁਸੀਂ, ਚਾਹੇ ਉਹ ਵਨਸਪਤੀ ਹੈ, ਚਾਹੇ ਉਹ ਜੀਵ ਜੰਤੂ ਨੇ, ਜਦ ਤੁਸੀਂ ਇਹ ਸਾਰੇ ਕਾਸੇ ਦਾ ਦੋਹਨ ਕਰੋਗੇ ਤਾਂ ਅਸੀਂ ਦੇਖਦੇ ਹਾਂ ਜੰਗਲਾਂ 'ਚੋਂ ਜਾਨਵਰ ਨਿਕਲ ਕੇ ਮਨੁੱਖੀ ਬਸਤੀਆਂ ਵੱਲ ਆ ਰਹੇ ਨੇ, ਕਿਉਂਕਿ ਉਹਨਾਂ ਦੇ ਰਹਿਣ ਬਸੇਰੇ ਤੁਸੀਂ ਖਤਮ ਕਰਤੇ। ਸਮੁੰਦਰ ਦੇ ਵਿੱਚ ਤੁਸੀਂ ਵੱਡੇ ਟਰਾਲਿਆਂ ਦੇ ਨਾਲ ਜਦ ਮੱਛੀਆਂ ਫੜਦੇ ਹੋ, ਤਾਂ ਉਹਦੇ 'ਚ ਹੋਰ ਕੱਛੂ ਕੁੰਮੇ, ਹੋਰ ਕਿੰਨੇ ਜਾਨਵਰ ਹੁੰਦੇ ਨੇ ਸਮੁੰਦਰ ਦੇ, ਜਿਹੜੇ ਮੱਛੀਆਂ ਦਾ ਖਾਜਾ ਨੇ, ਉਹਦੇ ਵਿੱਚ ਆ ਜਾਂਦੇ। ਜਦ ਉਹਨੂੰ ਪੂੰਗ ਨੂੰ ਅੰਦਰ ਦੁਬਾਰਾ ਸੁੱਟਦੇ ਨੇ, ਜਿਹੜਾ ਬਚ ਜਾਂਦਾ ਉਸ ਨੂੰ, ਤੇ ਉਹ ਫਿਰ ਮਰ ਜਾਂਦਾ ਉੱਥੇ ਜਾ ਕੇ। ਸੋ ਉੱਥੇ ਮੱਛੀਆਂ ਘੱਟ ਜਾਂਦੀਆਂ ਨੇ। ਸੋ ਜਦ ਤੁਸੀਂ ਦੇਖੋਗੇ ਇਹਦੇ ਨਾਲ ਜਿਹੜੇ ਆ ਸਾਈਕਲੋਨ ਆਉਂਦੇ ਨੇ, ਜਿਹੜੇ ਦਰਿਆ ਚੜ ਜਾਂਦੇ ਨੇ, ਸਮੁੰਦਰ, ਜਿੱਦੇ ਸਮੁੰਦਰ ਚੜ ਗਿਆ, ਦੁਨੀਆ ਦੀ ਤੀਜਾ ਹਿੱਸਾ ਆਬਾਦੀ ਖਤਰੇ 'ਚ ਹੈ। ਭਾਰਤ ਦੀ ਬਹੁਤ ਵੱਡੀ ਆਬਾਦੀ ਖਤਰੇ 'ਚ, ਕਿਉਂਕਿ ਭਾਰਤ ਦੇ 3 ਪਾਸੇ ਸਮੁੰਦਰ ਲੱਗਦਾ ਹੈ। ਸੋ ਇਹ ਜਿਹੜਾ ਅਸੀਂ ਤੱਟੀ ਆਬਾਦੀ ਹੈ ਜਿਹੜੀ, ਉਹ ਖਤਰੇ 'ਚ ਹੈ, ਸਾਡੇ ਟਾਪੂ ਖਤਰੇ 'ਚ ਨੇ। ਇਹ ਸਾਰਾ ਕੁਝ ਕਰਨ ਦੇ ਵਿੱਚ ਜਿਹੜੀ ਮੌਜੂਦਾ ਸਰਕਾਰ ਹੈ, ਇਹ ਕੁਝ ਜ਼ਿਆਦਾ ਹੀ ਤੇਜ਼ੀ ਨਾਲ ਵੱਧ ਰਹੀ ਹੈ। ਸਾਰੀਆਂ ਸਰਕਾਰਾਂ ਵਧੀਆਂ ਸੀ, ਇਹ ਜ਼ਿਆਦਾ ਤੇਜ਼ੀ ਨਾਲ ਵੱਧ ਰਹੀ ਹੈ। ਤੇ ਇਸ ਨੇ ਅੱਜ ਕੈਲਕੂਲੇਸ਼ਨ ਛੱਡੀ ਹੋਈ ਹੈ, ਸਿਰਫ ਇਹ ਨੋਟ ਗਿਣਦੀ ਹੈ। ਇਹ ਖਾਮ ਖਿਆਲੀ ਦੇ ਵਿੱਚ ਨੋਟ ਹੀ ਨੋਟ ਗਿਣਨ 'ਚ ਲੱਗੀ ਹੋਈ ਹੈ, ਉਹ ਵੀ ਜਾਇਦਾਦਾਂ ਵੇਚ ਕੇ ਤੇ ਆਪਦੀ ਝੋਲੀ ਭਰਨ ਵਾਸਤੇ, ਲੋਕਾਂ ਵਾਸਤੇ ਉਹ ਨਹੀਂ। ਜਿਸ ਦੇਸ਼ ਦੇ ਵਿੱਚ
ਤਕਰੀਬਨ 70% ਲੋਕਾਂ ਨੂੰ ਤੁਹਾਨੂੰ ਆਟਾ ਦਾਲ ਦੇਣਾ ਪਵੇ ਜਾਂ ਕਣਕ ਤੇ ਕਹਿ ਲਓ ਭੋਜਨ ਅਨਾਜ ਦੇਣਾ ਪਵੇ, ਜਿੱਥੇ ਬੱਚਿਆਂ ਨੂੰ ਤੁਹਾਨੂੰ ਮਿਡ ਡੇ ਮੀਲ ਦੇਣੀ ਪਵੇ, ਜਿੱਥੇ ਛੋਟੇ ਬੱਚਿਆਂ ਨੂੰ ਤੁਹਾਨੂੰ ਆਂਗਣਵਾੜੀ 'ਚ ਭੋਜਨ ਦੇਣਾ ਪਵੇ ਕਿਉਂਕਿ ਉਹਨਾਂ ਦੇ ਘਰਾਂ 'ਚ ਭੋਜਨ ਨਹੀਂ ਹੈ, ਜਿੱਥੇ ਤੁਹਾਨੂੰ ਜਿਹੜੇ ਤੁਹਾਡੇ ਲੋਕ ਨੇ ਜਿਹੜੇ ਕਹਿ ਲਓ ਅਪੰਗਤਾ ਦੇ ਵਿੱਚ ਹੋ ਗਏ ਉਹਨਾਂ ਸਭ ਨੂੰ ਕੋਈ ਪੈਨਸ਼ਨ ਦੇਣੀ ਪਵੇ ਕਿ ਤੁਹਾਡੇ ਕੋਲ ਕੋਈ ਉਹਨਾਂ ਨੂੰ ਆਸਰੇ ਵਾਸਤੇ ਕੁਝ ਹੈ ਨਹੀਂ, ਤੇ ਫਿਰ ਉਹ ਮੁਲਕ ਜਿੱਥੇ ਜਦ ਤੁਹਾਡੇ ਕੋਲ ਡਾਕਟਰੀ ਸਹਾਇਤਾ ਨਾ ਹੋਵੇ ਤੁਸੀਂ ਫਿਰ ਜਾਦੂ ਟੂਣਿਆਂ ਵੱਲ ਨੂੰ ਮੁਲਕ ਸਰਕਾਰ ਖੁਦ ਭੇਜੇ, ਟੰਨੀਆਂ ਖੜਕਾ ਲਓ, 9 ਵਜੇ ਲਾਈਟ ਬੁਝਾ ਦਿਓ, 9 ਵਜੇ 9 ਮਿੰਟ ਦੇ ਉੱਤੇ ਕਰ ਦਿਓ ਉਹ ਜਿਹੜੇ ਜਾਦੂ ਟੂਣੇ ਨੇ, ਗੋਹਾ ਮੰਨ ਲਓ, ਗਊ ਮੂਤਰ ਪੀ ਲਓ, ਜੀ ਕਲਸ਼ ਯਾਤਰਾ ਕਰ ਲਓ, ਫਿਰ ਉਹ ਜਿਹੜੀ ਸਰਕਾਰ ਹੈ ਜਦ ਉਹ ਗੈਰ ਵਿਗਿਆਨਕ ਤਰੀਕਿਆਂ ਵੱਲ ਨੂੰ ਵੱਧਦੀ ਹੈ, ਉਹ ਸੰਵਿਧਾਨ ਨੂੰ ਵੀ ਤੋੜਦੀ ਹੈ, ਉਹ ਲੋਕਾਂ ਨੂੰ ਵੀ ਤੋੜਦੀ ਹੈ, ਅਰਥਚਾਰੇ ਨੂੰ ਵੀ ਤੋੜਦੀ ਹੈ, ਉਹ ਕੁਦਰਤ ਨੂੰ ਵੀ ਤੋੜਦੀ ਹੈ, ਤੇ ਉਹ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦੇ ਅਸੂਲ ਨੂੰ ਭੁੱਲ ਜਾਂਦੀ ਹੈ। ਤੇ ਜਿਹੜਾ ਤੁਸੀਂ ਇੱਕ ਲਫ਼ਜ਼ ਕਿਹਾ ਸੀ ਵੀ ਕਿ ਇਹ ਸੋਚਦੇ ਨਹੀਂ, ਇਹ ਅਸਲ 'ਚ ਉਹ ਹੈ, ਇਹ ਗੁਨਾਹਾਂ ਦੇ ਭਰੇ ਹੋਏ ਨੇ। ਕਾਲੇ ਮੈਡੇ ਕੱਪੜੇ ਕਾਲਾ ਮੈਡਾ ਵੇਸ, ਗੁਨਹੀ ਭਰਿਆ ਮੈਂ ਫਿਰਾਂ ਲੋਕ ਕਹੇ ਦਰਵੇਸ਼, ਇਹ ਗੁਨਾਹਾਂ ਦੇ ਭਰੇ ਹੋਏ ਨੇ, ਪਰ ਲੋਕਾਂ 'ਚ ਆਪਦੇ ਆਪ ਨੂੰ ਦਰਵੇਸ਼ ਪੇਸ਼ ਕਰਕੇ ਕੁਛ ਜਿਹੜੇ ਇਹਨਾਂ ਦੀ ਚਮਚਾਗਰੀ ਕਰਦੇ ਨੇ, ਜਿਹੜੇ ਇਹਨਾਂ ਤੋਂ ਬੈਨੀਫਿਟ ਲੈਂਦੇ ਨੇ, ਉਹ ਇਹਨਾਂ ਨੂੰ ਦਰਵੇਸ਼ ਦਾ ਦਰਜਾ ਵੀ ਦਿੰਦੇ ਨੇ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਗੱਲਬਾਤ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ ਬਹੁਤ। ਦਰਸ਼ਕੋ, ਡਾਕਟਰ ਪਿਆਰੇ ਲਾਲ ਕਰ ਮਸਲਾ ਅੱਜ ਬੜਾ ਅਹਿਮ ਸੀ ਕਿਉਂਕਿ ਦਿੱਲੀ ਤੋਂ ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ ਕਿ ਦੁਸਹਿਰੇ ਵਾਲੇ ਦਿਨ ਰਾਵਣ ਤੇ ਅਮਿਤ ਸ਼ਾਹ ਜੋ ਗ੍ਰਹਿ ਮੰਤਰੀ ਨੇ ਉਹਨਾਂ ਦੇ ਪੁਤਲੇ ਫੂਕੇ ਜਾਣਗੇ। ਤਾਂ ਫਿਰ ਕੁਝ ਬੀਜੇਪੀ ਦੇ ਸਥਾਨਕ ਲੀਡਰਾਂ ਵੱਲੋਂ ਇਸ ਨੂੰ ਧਰਮਾਂ ਦਾ ਰੂਪ ਦਿੱਤਾ ਗਿਆ, ਹਿੰਦੂ ਤੇ ਸਿੱਖ ਦਾ ਮਸਲਾ ਬਣਾ ਕੇ ਖੜਾ ਕੀਤਾ ਗਿਆ। ਅਸੀਂ ਡਾਕਟਰ ਸਾਹਿਬ ਤੋਂ ਵਿਚਾਰ ਜਾਣੇ ਕਿ ਅਸਲ ਦੇ ਪਿੱਛੇ ਇਹ ਕਾਰਨ ਕੀ ਹੈ ਕਿ ਕਿਵੇਂ ਸਿਆਸਤਾਂ ਕੰਮ ਕਰਦੀਆਂ ਨੇ। ਜ਼ਰੂਰ ਇਹ ਪ੍ਰੋਗਰਾਮ ਤੁਹਾਡੇ ਸੁਣਨ ਤੇ ਸਮਝਣਯੋਗ ਪ੍ਰੋਗਰਾਮ ਹੈ ਤਾਂ ਜੋ ਤੁਸੀਂ ਸਮਝ ਸਕੋ ਕਿ ਸਰਕਾਰਾਂ ਆਖਰ ਦੇ ਲੋਕਾਂ ਦੇ ਵਿੱਚ ਵਿਚਰਦੀਆਂ ਕਿਵੇਂ ਨੇ, ਵੰਡੀਆਂ ਸਰਕਾਰਾਂ ਕਿਵੇਂ ਪਾਉਂਦੀਆਂ ਨੇ, ਜਾਤਾਂ ਦੀਆਂ ਵੰਡੀਆਂ, ਧਰਮਾਂ ਦੀਆਂ ਵੰਡੀਆਂ ਕਿਵੇਂ ਪਾਉਂਦੀਆਂ ਨੇ। ਤੁਹਾਨੂੰ ਸਾਡਾ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਮੈਂਟ ਕਰਕੇ ਦੱਸਿਓ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਾਣਾ ਚੈਨਲ ਪੰਜਾਬੀ। ਧੰਨਵਾਦ।